ਇਹਨਾਂ 4 ਸ਼ਲੋਕਾਂ ਵਿੱਚ ਕੇਵਲ ਇੱਕ ਸ਼ਲੋਕ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਹੈ ਅਤੇ 3 ਸ਼ਲੋਕ ਬਾਣੀ ਦੇ ਬੋਹਿਤ, ਸ਼ਾਂਤੀ ਦੇ ਪੁੰਜ ਅਤੇ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਹਨ। ਕਬੀਰ ਜੀ ਦਾ ਪਹਿਲਾ ਹੀ ਸ਼ਲੋਕ ਹੈ ਅੱਜ ਦੇ ਸ਼ਲੋਕਾਂ ਦੀ ਲੜੀ ਵਿੱਚ। ਕਬੀਰ ਟਾਲੈ ਟੋਲੈ ਦਿਨ ਗਿਆ, ਬਿਆਜ ਬਢੰਤੋ ਜਾਏ, ਨਾ ਹਰਿ ਭਜਿਓ ਨਾ ਖਤ ਫਟਿਓ, ਕਾਲ ਪਹੁੰਚੋ ਆਏ। ਅੱਜ ਭਲਕ ਕਰਨ ਦੀ ਆਦਤ, ਕੰਮ ਨੂੰ ਟਾਲਣ ਦਾ ਸੁਭਾਅ ਜਿਸ ਵਿਅਕਤੀ ਨੂੰ ਪ੍ਰਾਪਤ ਹੋ ਗਿਆ, ਸਮਝੋ ਜ਼ਿੰਦਗੀ ਦੇ ਹਰ ਖੇਤਰ ਵਿੱਚ ਉਹ ਫੇਲ ਹੋਵੇਗਾ। ਕਿਉਂਕਿ ਜਿਸ ਨੇ ਕੱਲ੍ਹ ਤੇ ਅੱਜ ਟਾਲਿਆ ਹੈ, ਜਦੋਂ ਕੱਲ੍ਹ ਆਵੇਗਾ ਉਸ ਨੇ ਵੀ ਅੱਜ ਬਣ ਕੇ ਆਉਣਾ। ਇਸ ਨੂੰ ਟਾਲਣ ਦੀ ਆਦਤ ਹੈ, ਇਹ ਫਿਰ ਟਾਲੇਗਾ ਕੱਲ੍ਹ ਸਹੀ, ਫਿਰ ਸਹੀ ਕਰ ਲਵਾਂਗੇ। ਤੇ ਕੰਮ ਟਾਲਿਆ ਹੋਇਆ ਨੇਪਰੇ ਨਹੀਂ ਚੜ੍ਹਿਆ ਕਰਦੇ, ਬਲਕਿ ਵੱਧਦੇ ਜਾਂਦੇ ਹਨ, ਬੋਝ ਬਣ ਜਾਇਆ ਕਰਦੇ ਨੇ। ਜ਼ਿੰਦਗੀ ਅੰਦਰ ਤਰੱਕੀਆਂ ਉਹਨਾਂ ਲੋਕਾਂ ਨੇ ਹੀ ਕੀਤੀਆਂ ਨੇ ਜਿਨ੍ਹਾਂ ਨੇ ਅੱਜ ਦਾ ਕੰਮ ਕੱਲ੍ਹ 'ਤੇ ਨਹੀਂ ਟਾਲਿਆ। ਕੱਲ੍ਹ ਤਾਂ ਦੂਰ, ਇੱਕ ਪਲ 'ਤੇ ਵੀ ਨਹੀਂ ਟਾਲਿਆ। ਟਾਲਣ ਦਾ ਮਤਲਬ ਹੀ ਪੈਦਾ ਨਹੀਂ ਹੋਣ ਦਿੱਤਾ, ਸਵਾਲ ਹੀ ਪੈਦਾ ਨਹੀਂ ਹੋਣ ਦਿੱਤਾ। ਕੁਦਰਤ ਚੱਲ ਰਹੀ ਹੈ ਹਰ ਪਲ, ਤੂੰ ਆਲਸੀ ਬਣ ਕੇ ਬੈਠ ਜਾਏ, ਉਤਨਾ ਪਛੜ ਜਾਏਗਾ। ਸਿਆਣੇ ਲੋਕ ਤਾਂ ਆਖਦੇ ਹਨ ਕਿ ਜਿਸ ਨੂੰ ਕੰਮ ਕਰਨ ਦਾ ਸੁਭਾਅ ਬਣ ਗਿਆ ਹੈ, ਜੋ ਉਦਮੀ ਹੈ, ਉਸ ਦੀ ਜ਼ਿੰਦਗੀ ਵਿੱਚ ਕੰਮ ਕਦੀ ਮੁੱਕਦੇ ਹੀ ਨਹੀਂ। ਤੇ ਜਿਸ ਨੇ ਨਾ ਕਰਨਾ ਹੋਵੇ, ਟਾਲਣ ਦਾ ਸੁਭਾਅ ਬਣਾ ਲੈ, ਵਿਹਲੇ ਬੈਠੇ ਰਹਿਣਾ ਹੈ, ਉਸ ਦੇ ਸਾਰੇ ਕੰਮ ਪਏ ਰਹਿ ਜਾਂਦੇ ਹਨ, ਪਰ ਉਹ ਆਖਦਾ ਕੰਮ ਕੋਈ ਹੈ ਹੀ ਨਹੀਂ। ਜੇ ਕੋਈ ਉਸ ਨੂੰ ਯਾਦ ਵੀ ਕਰਵਾਉਂਦਾ ਹੈ ਕਿ ਇਹ ਕਰਨ ਵਾਲਾ ਹੈ, ਉਹ ਆਖਦਾ ਇਹ ਕਿਹੜਾ ਕੰਮ ਹੈ, ਕਰ ਲਵਾਂਗੇ। ਇੱਕ ਸਿਆਣੇ ਨੇ ਆਖਿਆ ਹੈ, ਕੱਲ ਕਰ ਲੇਂਗੇ ਬਸ ਯਹੀ ਥਾ ਰੋਗ ਮੇਰਾ। ਇਹ ਇੱਕ बीमारी ਹੈ। कल कर लेंगे बस यही था रोग मेरा, कि मंजिल तमाम उम्र मुझे ढूंढती रही। फिर मंजिल कित्थों मिलनी है जिस व्यक्ति ने 2 कदम तुरना ही नहीं, वो मंजिल ते किवें पुजेगा। टाले टोले करन दी जिस प्राणी नूं भी आदत पै गई, ਜਦੋਂ ਤੁਸੀਂ ਉਸ ਦੇ ਜੀਵਨ ਦੀ ਪੜਚੋਲ ਕਰੋਗੇ, ਅੰਤ ਤੇ ਉਸ ਨੂੰ ਨਿਰਾਸ਼ਾ ਦਾ ਭਰਿਆ ਹੋਇਆ ਪਾਓਗੇ। ਇਸ ਵਿੱਚ ਦੋਸ਼ ਕਿਸੇ ਦੂਸਰੇ ਦਾ ਨਹੀਂ। ਇੱਕ ਤਾਂ ਵਿਹਲੇ ਰਹਿਣ ਨਾਲ ਮਨ ਵਿੱਚ ਅਨੇਕ ਪ੍ਰਕਾਰ ਦੀਆਂ ਫਾਲਤੂ ਵਿਚਾਰਾਂ ਉੱਠਦੀਆਂ ਨੇ, ਜਿਨ੍ਹਾਂ ਵਿੱਚ ਸ਼ੈਤਾਨੀਅਤ ਭਰੀ ਹੋਈ ਹੁੰਦੀ ਹੈ। ਸਿਆਣੇ ਲੋਕ ਤਾਂ ਇੰਝ ਆਖਦੇ ਹਨ, ਜਦ ਤੈਨੂੰ ਇੰਝ ਪ੍ਰਤੀਤ ਹੋਵੇ
ਕਿ ਕੋਈ ਕੰਮ ਕਰਨ ਵਾਲਾ ਨਹੀਂ ਹੈ ਇਸ ਵੇਲੇ, ਉਸ ਵੇਲੇ ਜਾ ਕੇ ਵੀ ਭਾਵੇਂ ਘੋੜਿਆਂ ਦੀ ਲਿੱਦ ਹਟਾਉਣ ਲੱਗ ਪਈ, ਵਿਹਲਾ ਨਾ ਬੈਠੀ। ਇਸ ਦਾ ਲਾਭ ਹੀ ਲਾਭ ਹੈ। ਇੱਕ ਸਫਾਈ ਹੋਵੇਗੀ, ਦੂਸਰਾ ਤੇਰਾ ਮਨ ਹੋਰ ਕਿਸੇ ਗਲਤ ਪਾਸੇ ਵੱਲ ਨਹੀਂ ਜਾਏਗਾ, ਕਿਸੇ ਆਰੇ ਲੱਗਾ ਰਹੇਗਾ। ਇਹ ਮਨ ਜਿਸ ਵੇਲੇ ਵਿਹਲਾ ਛੱਡ ਦਿੱਤਾ ਜਾਂਦਾ ਹੈ, ਇਹ ਭੂਤ ਬਣ ਜਾਂਦਾ ਹੈ। ਭੂਤ ਦੀ ਕਹਾਣੀ ਤੁਸੀਂ ਸੁਣੀ ਹੋਵੇਗੀ ਕਿ ਕਿਸੇ ਨੇ ਮੰਤਰਾਂ ਰਾਹੀਂ ਉਸ ਨੂੰ ਵਸ ਕਰ ਲਿਆ, ਉਹ ਪ੍ਰਗਟ ਹੋ ਗਿਆ। ਕਹਾਣੀ ਹੀ ਹੈ, ਕੋਈ ਹਿਸਟਰੀ ਨਹੀਂ, ਪਰ ਅਰਥ ਇਸ ਵਿੱਚ ਹੈ। ਭੂਤ ਪ੍ਰਗਟ ਹੋ ਗਿਆ। ਉਸਨੇ ਆਖਿਆ, ਦੇਖ ਤੂੰ ਮੇਰੀ ਸਾਧਨਾ ਕੀਤੀ, ਮੈਂ ਹਾਜ਼ਰ ਹਾਂ, ਦੱਸ ਕੀ ਕੰਮ ਕਰਵਾਉਣਾ ਈ। ਸਾਧਨਾ ਕਰਨ ਵਾਲੇ ਨੇ ਆਖਿਆ, ਤੂੰ ਕੀ ਕਰ ਸਕਦਾ ਹੈ, ਉਹ ਦੱਸ। ਭੂਤ ਨੇ ਕਿਹਾ, ਮੈਂ ਸਭ ਕੁਝ ਹੀ ਕਰ ਸਕਦਾ, ਮੈਂ ਇੱਕ ਸ਼ਕਤੀ ਹਾਂ। ਤੂੰ ਕੰਮ ਦੱਸਿਆ ਨਹੀਂ ਤੇ ਮੈਂ ਕੀਤਾ ਨਹੀਂ, ਕੋਈ ਮੁਸ਼ਕਲ ਨਹੀਂ। ਉਸਨੇ ਆਖਿਆ, ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ, ਬੜਾ ਪ੍ਰਸੰਨ ਹੋਇਆ। ਲੇਕਿਨ ਦੂਰ ਦਰਾਜ਼ ਤੱਕ ਇਸ ਦੀ ਨਜ਼ਰ ਨਾ ਗਈ। ਇਸ ਨੇ ਉਸ ਸ਼ਕਤੀ ਨੂੰ ਆਖਿਆ, ਤੂੰ ਫਿਰ ਇੰਜ ਕਰ, ਮੇਰੇ ਵਾਸਤੇ ਵਧੀਆ ਮਹਲ ਬਣਾ ਦੇ। ਆਖਣ ਦੀ ਦੇਰ ਸੀ, ਕਹਾਣੀ ਹੈ ਕਿ ਮਹਲ ਬਣ ਗਏ। ਇਸ ਤਰ੍ਹਾਂ ਦਾ ਫਰਨੀਚਰ ਇਸ ਵਿੱਚ ਰੱਖ ਦੇ, ਪਲ ਨਾ ਲੱਗਾ, ਇਹ ਕੰਮ ਵੀ ਹੋ ਗਿਆ। ਇਤਨਾ ਸੋਨਾ, ਇੰਨੇ ਹੀਰੇ, ਜੋ ਚਾਹਿਆ ਪਲਾਂ ਵਿੱਚ ਕੰਮ ਹੋਈ ਜਾਏ। ਲੇਕਿਨ ਕੁਝ ਹੀ ਪਲਾਂ ਤੋਂ ਬਾਅਦ ਇਸ ਮਨੁੱਖ ਨੂੰ ਪਰੇਸ਼ਾਨੀ ਹੋਣੀ ਸ਼ੁਰੂ ਹੋ ਗਈ, ਕਿਉਂਕਿ ਉਸ ਸ਼ਕਤੀ ਨੇ ਆਖਿਆ, ਦੇਖ ਮੈਂ ਕੰਮ ਕਰਾਂ ਤਾਂ ਹੀ ਠੀਕ ਹੈ, ਜਦ ਮੇਰੇ ਵਾਸਤੇ ਕਰਨ ਲਈ ਕੋਈ ਕੰਮ ਨਹੀਂ ਹੋਵੇਗਾ, ਉਸ ਵੇਲੇ ਮੈਂ ਤੇਰੀ ਸੰਗੀ ਨੱਪ ਦੇਣੀ ਹੈ। ਉਹ ਆਦਮੀ ਤਾਂ ਬੁਖਲਾ ਉੱਠਿਆ, ਕੰਮ ਵੀ ਦੱਸਦਾ ਰਿਹਾ, ਤੂੰ ਮੇਰੇ ਨਾਲ ਚੱਲ। ਆਖਰ ਇੱਕ ਸਾਧੂ ਦੇ ਪਾਸ ਚਲਾ ਗਿਆ ਕਿ ਮਹਾਰਾਜ, ਇਹ ਸ਼ਕਤੀ ਮੈਂ ਵਸ ਵਿੱਚ ਕਰ ਬੈਠਾ ਹਾਂ, ਕੰਮ ਜੋ ਆਖਣਾ ਉਸੇ ਵੇਲੇ ਕਰ ਦਿੰਦੀ ਹੈ, ਲੇਕਿਨ ਹੁਣ ਖਤਰਾ ਵੀ ਹੈ। ਹੁਣ ਵੀ ਮੈਂ ਨਾਲ ਲੈ ਕੇ ਆਇਆ ਹਾਂ, ਮੇਰੇ ਨਾਲ ਚੱਲ। ਨਾਲ ਤੁਰ ਪਿਆ ਹੈ। ਪਰ ਇਸਨੇ ਇਹ ਮੈਨੂੰ ਦੱਸ ਦਿੱਤਾ ਹੈ ਕਿ ਜਦ ਵਿਹਲਾ ਬਿਠਾਏਗਾ ਤੇਰੀ ਸੰਗੀ ਨੱਪਾਂਗਾ। ਹਰ ਵੇਲੇ ਮੈਨੂੰ ਕੰਮ ਚਾਹੀਦਾ ਹੈ। ਸਾਧੂ ਨੇ ਆਖਿਆ, ਕੋਈ ਹਰਜਾ ਨਹੀਂ, ਘਬਰਾਹਟ ਦੀ ਕੋਈ ਜ਼ਰੂਰਤ ਨਹੀਂ। ਇੱਕ ਥੰਮ ਗੱਡ ਦੇ ਔਰ ਇਸ ਨੂੰ ਕਹਿ ਕਿ ਹੇਠਾਂ ਉੱਪਰ ਚੜ੍ਹਦਾ ਉਤਰਦਾ ਰਹੇ। ਤੇਰਾ ਇਹੀ ਕੰਮ ਹੈ, ਲੱਗਾ ਰਹੋ। ਆਖਦੇ ਨੇ ਉਸਨੇ ਐਸਾ ਹੀ ਕੀਤਾ ਔਰ ਬਚਾਅ ਹੋ ਗਿਆ। ਕਹਾਣੀ ਸਮਝਣ ਵਾਲੀ ਹੈ। ਇਹ ਕੋਈ ਬਾਹਰ ਦੀ ਸ਼ਕਤੀ ਭੂਤ ਨਹੀਂ, ਸ਼ਕਤੀ ਸਾਡੇ ਪਾਸ ਮਨ ਦੀ ਹੈ। ਇਸ ਨੂੰ ਹਰ ਵੇਲੇ ਕੁਝ ਨਾ ਕੁਝ ਕਰਨ ਲਈ ਚਾਹੀਦਾ ਹੈ। ਅਗਰ ਇਸ ਨੂੰ ਕੁਝ ਕਰਨ ਲਗਾ ਲਓਗੇ ਤੇ ਬੜੀ ਵੱਡੀ ਤਾਕਤ ਹੈ ਇਹ। ਭਾਵੇਂ ਸੋਨੇ ਦੇ ਮਹਲ ਉਸਾਰ ਲਓ, ਜੇ ਇਸ ਨੂੰ ਆਹਰੇ ਲਾ ਲਓ। ਅਕਸਰ ਦੁਨੀਆ ਅੰਦਰ ਧਨਵਾਨ ਤੋਂ ਧਨਵਾਨ ਲੋਕ ਬਣੇ ਨੇ। ਚੰਗੀ ਸੋਚ, ਚੰਗੇ ਵਿਚਾਰ ਅਗਾਂਹ ਤੋਂ ਅਗਾਂਹ ਦਿਸ਼ਾ ਦਿਖਾਣਗੇ। ਲੇਕਿਨ ਜਦ ਤੁਸੀਂ ਇਸ ਮਨ ਨੂੰ ਵਿਹਲਾ ਛੱਡ ਦਿਓਗੇ, ਇਹ ਆਪਣੀ ਸੰਗੀ ਨੱਪੇਗਾ। ਯਾਦ ਰੱਖਣਾ,
ਸੰਗੀ ਨੱਪਣ ਦਾ ਅਰਥ ਹੈ ਗਲਤ ਵਿਚਾਰ ਭਰੇਗਾ ਅੰਦਰ, ਉਹ ਜ਼ਿੰਦਗੀ ਨੂੰ ਬਰਬਾਦ ਕਰਕੇ ਰੱਖ ਦੇਣਗੇ, ਸ਼ੈਤਾਨੀਅਤ ਵਿੱਚ ਪਾ ਦੇਵੇਗਾ। ਰੂਹਾਨੀਅਤ ਦੀ ਜ਼ਿੰਦਗੀ ਤੋਂ ਵਾਂਝੇ ਹੋ ਜਾਓਗੇ। ਇਸ ਨੂੰ ਕਦੀ ਵਿਹਲੇ ਨਾ ਬੈਠਣ ਦੇਣਾ। ਫਿਰ ਇਸ ਦਾ ਇੱਕ ਸੁਭਾਅ ਹੈ ਜੋ ਸਾਧੂ ਨੇ ਦਰਸਾ ਦਿੱਤਾ ਸੀ ਕਿ ਜੇ ਤੂੰ ਕੰਮ ਨਾ ਦੇ ਸਕਿਆ ਫਿਰ ਇਹ ਹੈ ਕਿ ਹੇਠਾਂ ਉੱਪਰ ਚੜ੍ਹਦਾ ਉਤਰਦਾ ਰਹੇ। ਇਹ ਸਾਡੀ ਸਭ ਦੀ ਹਾਲਤ, ਜਾਂ ਸ਼ੈਤਾਨੀਅਤ ਵਿੱਚ ਪਾ ਦੇਵੇ, ਜਾਂ ਸੰਸਾਰ ਦੇ ਡੰਡੇ ਵਿੱਚ ਕਦੀ ਉੱਪਰ ਚੜਿਆ ਕਦੀ ਹੇਠਾਂ ਉਤਰਿਆ। ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਪਾਲੇ। ਨਿਰੰਕਾਰ ਵੱਲ ਨਹੀਂ ਲਾ ਸਕੋਗੇ ਤਾਂ ਸੰਸਾਰ ਵੱਲ ਲੱਗੇਗਾ। ਸੰਸਾਰ ਦੀ ਦੌੜ ਉਹ ਡੰਡੇ ਤੇ ਚੜ੍ਹਨਾ ਉਤਰਨਾ ਹੈ ਜੋ ਕਦੀ ਸਮਾਪਤ ਹੁੰਦੀ ਹੀ ਨਹੀਂ। ਲੇਕਿਨ ਜੇ ਇਸ ਮਨ ਨੂੰ ਸਹੀ ਦਿਸ਼ਾ ਵੱਲ ਲਗਾ ਦਿੱਤਾ ਜਾਏ ਤਾਂ ਹਰ ਦੁਆਰ ਖੋਲ੍ਹਣ ਦੀ ਸਮਰੱਥਾ ਨਿਰੰਕਾਰ ਨੇ ਇਸ ਵਿੱਚ ਧਰੀ ਹੋਈ ਹੈ। ਕਮਜ਼ੋਰੀ ਇਹ ਹੈ ਕਿ ਮਨੁੱਖ ਨੇਕੀ ਦੇ ਕੰਮ ਤੋਂ ਬਹੁਤ ਵਾਰੀ ਟਾਲ ਮਟੋਲ ਕਰਨ ਲੱਗ ਪੈਂਦਾ ਹੈ। ਇਹ ਸ਼ਕਤੀ ਸਭ ਦੇ ਪਾਸ ਹੈ ਕਿ ਸੰਸਾਰ ਦੇ ਦੁਆਰ ਚਾਹੇ ਉਹ ਖੁੱਲ੍ਹ ਜਾਣ, ਨਿਰੰਕਾਰ ਦੇ ਦੁਆਰ ਚਾਹੇ ਤਾਂ ਉਹ ਵੀ ਖੁੱਲ੍ਹ ਜਾਣ। ਲੇਕਿਨ ਕਿਉਂਕਿ ਬਾਹਰ ਦੇ ਸੰਸਾਰ ਦੀ ਚਮਕ ਦਮਕ ਇਹਨਾਂ ਅੱਖਾਂ ਨੂੰ ਖਿੱਚ ਪਾ ਰਹੀ ਹੈ, ਮਨੁੱਖ ਇੱਧਰ ਚੜ੍ਹਦਾ ਉਤਰਦਾ ਫਿਰਦਾ ਹੈ ਮਨ ਦੀਆਂ ਸੋਚਾਂ ਵਿੱਚ। ਨਿਰੰਕਾਰ ਦੇ ਦੁਆਰ ਦੀ ਚਾਬੀ ਵੱਲੋਂ ਇਹ ਅਵੇਸਲਾ ਰਹਿੰਦਾ ਹੈ। ਧਰਮ ਨੂੰ ਹਮੇਸ਼ਾ ਟਾਲਦਾ ਹੈ। ਜਿਨ੍ਹਾਂ ਨੇ ਵੰਡ ਵੀ ਕੀਤੀ, 4 ਆਸ਼ਰਮ ਬਣਾਏ, ਉਹਨਾਂ ਨੇ ਵੀ ਵੈਰਾਗ ਨੂੰ, ਸੰਨਿਆਸ ਨੂੰ ਸਭ ਤੋਂ ਅਖੀਰ ਵਿੱਚ ਰੱਖਿਆ। ਮਾਇਆ ਵਿੱਚ ਤਿਆਗੀ ਬਣਨ ਦੀ ਜਾਚ ਨਾ ਸਿਖਾਈ। ਪਰ ਗੁਰਮਤਿ ਦਾ ਮਾਰਗ ਇਹ ਹੈ, ਸੰਸਾਰ ਵਿੱਚ ਰਹੋ ਪਰ ਅਭਿੱਜ ਰਹਿਣ ਦੀ ਜਾਚ ਸਿੱਖ, ਨਿਰਲੇਪ ਰਹਿਣ ਦੀ ਜਾਚ ਸਿੱਖ। ਪਰਮਾਰਥ ਦੇ ਕੰਮ ਤੋਂ ਕਦੀ ਟਾਲ ਮਟੋਲ ਨਾ ਕਰੀ। ਦੁਨੀਆ ਦੇ ਪਦਾਰਥ ਤੂੰ ਭੋਗਣੇ ਹਨ, ਕਮਾਉਣੇ ਹਨ, ਤੇਰਾ ਅਧਿਕਾਰ ਹੈ। ਲੇਕਿਨ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਕਦ ਸਮਾਪਤ ਹੋ ਜਾਏਗੀ। ਮਤਾ ਧਰਮ ਨੂੰ ਜ਼ਿੰਦਗੀ ਦੇ ਆਖਰੀ ਪੜਾਅ ਤੇ ਛੱਡ ਛੱਡੇ। ਜਿਵੇਂ ਪ੍ਰੋਫੈਸਰ ਮੋਹਨ ਸਿੰਘ ਜੀ ਨੇ ਆਖਿਆ ਹੈ, ਨਿੱਕੇ ਹੁੰਦੇ ਢੱਗੇ ਚਾਰੇ, ਵੱਡੇ ਹੋਏ ਹਲ ਵਾਇਆ, ਬੁੱਢੇ ਹੋਏ ਮਾਲਾ ਫੇਰੀ, ਰੱਬ ਦਾ ਉਲਾਂਭਾ ਲਾਇਆ। ਇਹ ਧਰਮ ਦਾ ਕੰਮ ਉਲਾਂਭਾ ਲਾਉਣ ਵਾਲੀ ਬਾਤ ਨਾ ਰਹਿ ਜਾਏ। ਇੱਕ ਮਨੁੱਖ ਹਰ ਵੇਲੇ ਖਰਚ ਕਰ ਰਿਹਾ ਹੈ, ਕਮਾਉਂਦਾ ਕੁਝ ਨਹੀਂ। ਸੁਭਾਵਕ ਹੈ ਉਹ ਕਰਜ਼ਾਈ ਹੋ ਜਾਏਗਾ। ਮਾਪਿਆਂ ਦਾ ਇਕੱਠਾ ਕੀਤਾ ਸਰਮਾਇਆ ਵੀ ਭਾਵੇਂ ਵਰਤ ਰਿਹਾ ਹੈ, ਪਰ ਉਹ ਤਾਂ ਇੱਕ ਤਰ੍ਹਾਂ ਦਾ ਕਰਜ਼ਾਈ ਹੀ ਹੈ। ਆਪ ਕਮਾਇਆ ਕੁਝ ਨਹੀਂ, ਜਿਸ ਨੇ ਵਰਤਿਆ ਹੀ ਹੈ, ਉਹ ਆਦਮੀ ਕਰਜ਼ਾਈ ਹੈ। ਹਾਂ, ਆਪਣੇ ਅੰਦਰੋਂ ਗੈਰਤ ਗਵਾ ਦੇਵੇ, ਬੇਸ਼ਰਮੀ ਦੀ ਕੋਈ ਹੱਦ ਨਹੀਂ ਕਿ ਜਿਹਦੇ ਪਾਸੋਂ ਲੈ ਲਿਆ ਵਾਪਸ ਤਾਂ ਕਰਨਾ ਨਹੀਂ, ਤਾਂ ਉਹ ਮਨੁੱਖ ਤਾਂ ਬੇਸ਼ਰਮੀ ਦੀ ਸਤ੍ਹਾ ਤੇ ਜੀ ਸਕਦਾ ਹੈ। ਲੇਕਿਨ ਉਂਝ ਸਿਆਣੇ ਲੋਕ ਆਖਦੇ ਨੇ ਕਿ 3 ਬੰਦਿਆਂ ਨੂੰ ਰਾਤ ਨੂੰ ਚੈਨ ਦੀ ਨੀਂਦਰ ਨਹੀਂ ਪੈਂਦੀ, ਜੇ ਉਹ ਥੋੜੇ ਵੀ ਸੈਂਸਿਟਿਵ ਹੋਣ, ਸੋਚਣ ਵਾਲੇ ਹੋਣ। ਬੇਸ਼ੱਕ ਇਹ ਪੰਕਤੀਆਂ ਕੋਈ ਗੁਰਬਾਣੀ ਨਹੀਂ,
ਇਸ ਲਈ ਗੁਰਬਾਣੀ ਵਾਲੀ ਅਟਲ ਸਚਾਈ ਨਾ ਵੀ ਹੋਵੇ, ਲੇਕਿਨ ਫਿਰ ਵੀ ਸਿਆਣਿਆਂ ਦਾ ਕਥਨ ਹੈ ਔਰ ਕੀਮਤੀ ਹੈ। ਰਿਣੀ ਕੁਮਾਰੀ ਕੋ ਪਿਤਾ, जेह सिर वैरी होए, इन तीनों के नैन में निंद्रा कभी न होए। इन्हां विच भी सब तो पहला ऋणी नूं गिणिया, करजाई नूं गिणिया, जिस दे सिर ते करजा है। करजा होना कोई बहादुरी नहीं, ते करजा लैके मोड़ना ना एक पाप है, गुनाह है। किसे दी मेहनत दी कमाई तू खाए, समय सिर वापस भी ना करे, ये अनर्थ है। ऋणी होना, करजाई होना भी एक संताप है। जिसने सोचा मैं देने ने वापस, रात चैन दी नींदर सौंदा नहीं, यत्न करदा है समय सिर वापस करा। इंसानियत यही है। कुमारी को पिता, नौजवान बच्ची दा बाप, जिन्हां दिनां विच ਇਹ ਪੰਗਤੀਆਂ ਬਣੀਆਂ ਹੋਣਗੀਆਂ, ਕਿਸੇ ਸਿਆਣੇ ਨੇ ਰਚੀਆਂ ਹੋਣਗੀਆਂ। ਸੁਭਾਵਕ ਸਮਾਜ ਅੰਦਰ ਇਸ ਗੱਲ ਦਾ ਖਿਆਲ ਬਹੁਤ ਉਚੇਚੇ ਤੌਰ ਤੇ ਰੱਖਿਆ ਜਾਂਦਾ ਹੋਵੇਗਾ ਕਿ ਕੰਨਿਆ ਜਵਾਨ ਹੋ ਗਈ ਹੈ, ਇਸ ਦੀ ਇੱਜ਼ਤ ਨਾਲ ਸ਼ਾਦੀ ਕਰਨੀ ਹੈ। ਇਹ ਆਪਣੇ ਘਰ ਨੂੰ ਵਸਾਏ, ਇਸ ਗੱਲ ਦੀ ਚਿੰਤਾ ਹੁੰਦੀ ਸੀ। ਜੇ ਸਿਰ ਵੈਰੀ ਹੋਏ ਤੇ ਜਿਸ ਦੇ ਸਿਰ ਤੇ ਦੁਸ਼ਮਣ ਖੜੇ ਹੋਣ, ਹਰ ਪਲ ਖਤਰਾ ਹੋਵੇ, ਉਹ ਚੈਨ ਦੀ ਨੀਂਦਰ ਕਿਵੇਂ ਸੌਂ ਸਕਦਾ ਹੈ? ਪਰ ਕਮਾਲ ਦੀ ਗੱਲ ਹੈ ਕਿ ਪੰਗਤੀਆਂ ਲਿਖਣ ਵਾਲੇ ਨੇ ਸਭ ਤੋਂ ਪਹਿਲਾਂ ਕਰਜ਼ਾਈ ਦਾ ਜ਼ਿਕਰ ਕੀਤਾ। ऋणी कुमारी को पिता, जेह सिर वैरी होए, इन तीनों के नैन में निंद्रा कभी न होए। ਉਹ ਚੈਨ ਦੀ ਨੀਂਦਰ ਕਿਵੇਂ ਸੌਂ ਸਕਦੇ ਨੇ? ਕਬੀਰ ਜੀ ਕਹਿੰਦੇ ਨੇ, ਮੈਂ ਜਦੋਂ ਇਨਸਾਨ ਨੂੰ ਦੇਖਦਾ ਹਾਂ, ਇਹ ਕਰਜ਼ਾਈ ਤਾਂ ਰੋਜ਼ ਦੀ ਰੋਜ਼ ਵਧੇਰੇ ਹੋਈ ਜਾਂਦਾ। ਕੰਪਾਊਂਡ ਵਿਆਜ ਲੱਗ ਰਿਹਾ ਹੈ। ਜੋ ਅੱਜ ਵਿਆਜ ਲੱਗਿਆ ਹੈ, ਉਹ ਕੱਲ ਮੂਲ ਵਿੱਚ ਜਮ੍ਹਾਂ ਹੋ ਗਿਆ ਹੈ, ਕਰਜ਼ੇ ਵਿੱਚ ਸ਼ਾਮਲ ਹੋ ਗਿਆ ਹੈ, ਕੱਲ ਨੂੰ ਇਸ ਦੇ ਉੱਪਰ ਵੀ ਲੱਗੇਗਾ ਵਿਆਜ। ਨਿਰੰਕਾਰ ਨੇ ਪੂੰਜੀ ਦਿੱਤੀ ਸਵਾਸਾਂ ਦੀ, ਬੇਅਰਥ ਅਸੀਂ ਗਵਾਈ, ਇਸ ਦੇ ਬਦਲੇ ਵਿੱਚ ਕੁਝ ਨਾ ਵਿਹਾਜਿਆ ਜੋ ਮਾਲਕ ਦੇ ਅੱਗੇ ਧਰ ਸਕਦੇ ਕਿ ਇਹ ਕਮਾ ਕੇ ਲੈ ਆਇਆ। ਜਿਸ ਨੇ ਕੇਵਲ ਖਰਚਣਾ ਜਾਣਿਆ ਹੈ, ਕਮਾਉਣਾ ਨਹੀਂ, ਉਹ ਬਹੁਤ ਇੱਜ਼ਤ ਦੀ ਜ਼ਿੰਦਗੀ ਨਹੀਂ ਜੀ ਸਕਦਾ, ਕਦੀ ਨਹੀਂ। ਉਹ ਕਰਜ਼ਾਈ ਹੋਵੇਗਾ, ਮਾਤਾ ਪਿਤਾ ਦਾ ਹੀ ਕਿਉਂ ਨਾ ਹੋਵੇ, ਪਰ ਕਰਜ਼ਾਈ ਹੋਵੇਗਾ। ਤੇ ਕਰਜ਼ਾਈ ਹੋਣਾ ਕੋਈ ਬਹਾਦਰੀ ਨਹੀਂ। ਕਬੀਰ ਜੀ ਕਹਿੰਦੇ ਨੇ, ਜਦੋਂ ਮੈਂ ਸੰਸਾਰ ਨੂੰ ਦੇਖਦਾ ਹਾਂ ਤਾਂ ਬਹੁਤੇ ਲੋਕ ਜ਼ਿੰਦਗੀ ਇੰਜ ਬਿਤਾ ਰਹੇ ਨੇ ਕਿ ਹਰ ਰੋਜ਼ ਪੂੰਜੀ ਖਰਚੀ ਜਾ ਰਹੇ ਨੇ, ਕਮਾਉਂਦੇ ਕੁਝ ਨਹੀਂ, ਵਿਆਜ ਵੱਧਦਾ ਜਾਂਦਾ ਹੈ। ਜ਼ਿੰਦਗੀ ਮਿਲੀ, ਇਸ ਨੂੰ ਅਸੀਂ ਬਿਤਾ ਰਹੇ ਹਾਂ, ਭੋਗ ਰਹੇ ਹਾਂ। ਜਿਸ ਸ਼ਾਹ ਨੇ ਸਾਨੂੰ ਇਹ ਸਰਮਾਇਆ ਦੇ ਕੇ ਤੋਰਿਆ, ਸਵਾਸ ਬਖਸ਼ੇ ਨੇ, ਜਦ ਇਹ ਪੂਰੀ ਦੀ ਪੂਰੀ ਪੂੰਜੀ ਖਰਚ ਕੇ ਅਸਾਂ ਉਸ ਪਾਸ ਜਾਣਾ, ਸੁਭਾਵਕ ਹੈ ਉਹ ਦੇਖੇਗਾ ਕੁਝ ਪੱਲੇ ਲੈ ਕੇ ਵੀ ਆਏ ਨੇ ਕਿ ਮੇਰਾ ਦਿੱਤਾ ਸਾਰਾ ਸਰਮਾਇਆ ਉਜਾੜ ਕੇ ਆ ਗਏ। ਇਹ ਨਿਸ਼ਚਿਤ ਰੂਪ ਵਿੱਚ ਦੇਖਿਆ ਜਾਣਾ ਹੈ। ਸਾਧਾਰਨ ਜ਼ਿੰਦਗੀ ਵਿੱਚ ਅਸੀਂ ਦੇਖਦੇ ਹਾਂ, ਘਰ ਦਾ ਕੋਈ ਜੀ ਬਾਹਰ ਕਮਾਉਣ ਗਿਆ ਹੋਇਆ ਹੈ,
ਤੇ ਉਹ 5-10 ਸਾਲਾਂ ਬਾਅਦ ਵਾਪਸ ਆਉਂਦਾ ਹੈ ਹੱਥ ਖਾਲੀ ਦੇ ਖਾਲੀ। ਪਰਿਵਾਰ ਦਾ ਹਰ ਜੀ ਨਾਰਾਜ਼ ਹੁੰਦਾ ਹੈ ਉਸ ਦੇ, ਕੀ ਕੀਤਾ ਈ? ਕਮਾਉਣ ਗਿਓ ਗਵਾ ਕੇ ਆ ਗਏ, ਜੋ ਲੈ ਕੇ ਗਿਆ ਸੀ ਉਹ ਵੀ ਲੁਟਾ ਆਇਓ। ਨਿਰੰਕਾਰ ਦੇ ਦਰ ਤੇ ਵੀ ਇਹ ਸਵਾਲ ਪੁੱਛਿਆ ਜਾਣਾ ਹੈ ਕਿ ਕੀ ਲੈ ਕੇ ਆਇਆ ਹੈ। ਔਰ ਖਿਆਲ ਰੱਖਣਾ, ਜੋ ਕੁਝ ਅਸੀਂ ਆਖਦੇ ਹਾਂ ਅਸੀਂ ਕਮਾਇਆ ਹੈ, ਇਸ ਸਭ ਕੁਝ ਦੇ ਵਿੱਚੋਂ ਇੱਕ ਕੌਡੀ ਵੀ ਨਾਲ ਨਹੀਂ ਜਾਣੀ। ਕੋਈ ਕਦੀ ਲੈ ਕੇ ਨਹੀਂ ਗਿਆ। ਵੱਡੇ ਤੋਂ ਵੱਡੇ ਧਨਵਾਨ ਵੀ ਕੰਗਾਲਾਂ ਦੀ ਨਿਆਈ ਸੰਸਾਰ ਤੋਂ ਗਏ ਹਨ। ਸਰੀਰ ਹੀ ਨਾਲ ਨਹੀਂ ਜਾਣਾ। ਇਹਨਾਂ ਹੱਥਾਂ ਵਿੱਚ ਪਕੜੇ ਹੋਏ ਪਦਾਰਥ ਕੀ ਨਾਲ ਜਾਣਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਇਹ ਪੰਕਤੀਆਂ ਸਦਾ ਯਾਦ ਰੱਖਣੀਆਂ ਚਾਹੀਦੀਆਂ ਨੇ। ਮਨ ਨੂੰ ਟੁੰਬਣ ਵਾਲੀਆਂ, ਜਗਾਉਣ ਵਾਲੀਆਂ ਨੇ। ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ। ਜੋ ਤਨ ਉਪਜਿਆ ਸੰਗ ਹੀ, ਸੋ ਵੀ ਸੰਗ ਨਾ ਹੋਇਆ। ਜਿਹੜਾ ਸਰੀਰ ਤੇਰੇ ਨਾਲ ਪੈਦਾ ਹੋਇਆ, ਜਾਣ ਵੇਲੇ ਉਹ ਵੀ ਨਾਲ ਜਾਣ ਵਾਲਾ ਨਹੀਂ। ਜਾਗ। ਇਸ ਕਸਵੱਟੀ ਤੇ ਹਰ ਰੋਜ਼ ਆਪਣੀ ਪਰਖ ਕਰ ਲਿਆ ਕਰ ਕਿ ਅੱਜ ਕੁਝ ਕਮਾਇਆ ਹੈ। ਜਿਵੇਂ ਘਰ ਦਾ ਬਜਟ ਸਿਆਣੇ ਲੋਕ ਬਣਾਉਂਦੇ ਨੇ। ਸਿਆਣਾ ਬਾਣੀਆਂ ਸ਼ਾਮ ਨੂੰ ਖਾਣਾ ਫਿਰ ਖਾਂਦਾ, ਪਹਿਲਾਂ ਦਿਨ ਦਾ ਹਿਸਾਬ ਕਰਕੇ ਅੱਜ ਸਾਰੇ ਦਿਨ ਵਿੱਚ ਕੀ ਖੱਟਿਆ ਕੀ ਗਵਾਇਆ। ਘਰ ਵੀ ਉਹੀ ਕਾਮਯਾਬ ਹੁੰਦੇ ਨੇ ਜਿਹੜੇ ਇਸ ਗੱਲ ਦਾ ਖਿਆਲ ਰੱਖਦੇ ਨੇ ਪਰਿਵਾਰ ਦੇ ਜੀ ਅੱਜ ਦੇ ਦਿਨ ਵਿੱਚ ਖਰਚਾ ਕੀ ਹੈ, ਆਮਦਨ ਕੀ ਹੈ। ਜੇ ਹੇਠਾਂ ਨੂੰ ਜਾਣ ਲੱਗ ਪਏ ਰੋਜ਼ ਦੀ ਰੋਜ਼, ਇੱਕ ਦਿਨ ਖਜ਼ਾਨਾ ਖਾਲੀ ਹੋ ਜਾਏਗਾ। ਜੇ ਉੱਪਰ ਨੂੰ ਜਾ ਰਹੇ ਹੋ, ਤਰੱਕੀ ਵੱਲ ਜਾ ਰਹੇ ਹੋ। ਲੇਕਿਨ ਬਹੁਤ ਟਾਵੇਂ ਪੁਰਸ਼ ਨੇ ਜਿਹੜੇ ਇਸ ਪੱਖ ਤੋਂ ਵੀ ਬਜਟ ਦੇਖਦੇ ਹੋਣ ਕਿ ਸਾਰੇ ਦਿਨ ਵਿੱਚ 24 ਘੰਟਿਆਂ ਵਿੱਚ ਇੰਨੇ ਸਾਹ ਖਰਚ ਲਏ ਨੇ। ਚਲੋ ਸਵਾਸਾਂ ਦੀ ਗਿਣਤੀ ਤਾਂ ਨਹੀਂ ਕੀਤੀ ਜਾਂਦੀ, ਪਰ ਅਸੀਂ 24 ਘੰਟੇ ਜ਼ਿੰਦਗੀ ਭੋਗੀ ਹੈ। ਇਸ ਦੇ ਬਦਲੇ ਵਿੱਚ ਸਾਡੇ ਖਜ਼ਾਨੇ ਵਿੱਚ ਕੀ ਜਮ੍ਹਾਂ ਹੋਇਆ ਜਿਹੜਾ ਨਿਰੰਕਾਰ ਦੇ ਦੇਸ਼ ਤੱਕ ਨਾਲ ਲੈ ਕੇ ਜਾ ਸਕਨੇ ਆ। ਇਸ ਕਸਵੱਟੀ ਤੇ ਹਰ ਰੋਜ਼ ਆਪਣੇ ਆਪ ਨੂੰ ਪਰਖਣ ਦੀ ਲੋੜ ਹੈ। ਜੋ ਨਾਲ ਨਾ ਨਿਭੇ ਉਹ ਮੇਰਾ ਨਹੀਂ। ਸਫ਼ਰ ਦੀ ਪੂੰਜੀ ਹੋ ਸਕਦੀ ਹੈ, ਕੋਈ ਬੁਰੀ ਨਹੀਂ, ਸਫ਼ਰ ਵਿੱਚ ਕੰਮ ਆਵੇ ਇਸ ਦੁਨੀਆ 'ਚ ਵਿਚਰਦੇ ਹਾਂ। ਲੇਕਿਨ ਜਿੱਥੇ ਵਾਪਸ ਜਾਣਾ ਹੈ ਉੱਥੇ ਜਾਣ ਲਈ ਵੀ ਕੁਝ ਪੱਲੇ ਬੰਨ੍ਹਿਆ ਜਾਂ ਹੱਥ ਖਾਲੀ ਨੇ। ਅਗਰ ਖਾਲੀ ਨੇ 24 ਘੰਟੇ ਪੂੰਜੀ ਖਰਚ ਰਿਹਾ ਜ਼ਿੰਦਗੀ ਦੀ ਜੋ ਮਾਲਕ ਨੇ ਦਿੱਤੀ ਏ, ਬਦਲੇ ਵਿੱਚ ਤੂੰ ਵਿਆਜਿਆ ਕੁਝ ਨਹੀਂ, ਵਿਆਜ ਤੇ ਵਧੇਗਾ ਹੀ। ਤੇ ਰੋਜ਼ ਦੀ ਰੋਜ਼ ਵਿਆਜ ਵੱਧ ਰਿਹਾ ਹੈ, ਤੂੰ ਹੋਰ ਕਰਜ਼ਾਈ ਹੋ ਰਿਹਾ। ਐਵੇਂ ਬੁਢਾਪੇ ਤੇ ਇਸ ਗੱਲ ਤੋਂ ਮਾਣ ਨਾ ਕਰ ਲਵੀਂ ਕਿ ਮੇਰਾ ਜ਼ਿੰਦਗੀ ਦਾ ਬੜਾ ਵੱਡਾ ਤਜਰਬਾ ਹੋ ਗਿਆ ਹੈ। ਜਨਮ ਤੋਂ ਲੈ ਕੇ ਹੁਣ ਤੱਕ ਜਿੰਨੇ ਸਾਹ ਲਏ ਨੇ, ਜ਼ਿੰਦਗੀ ਭੋਗੀ ਹੈ, ਇਹ ਮਾਲਕ ਦੀ ਅਮਾਨਤ ਨੂੰ ਭੋਗਿਆ ਹੈ। ਉਸਨੇ ਪੂੰਜੀ ਦਿੱਤੀ ਸੀ, ਪਰ ਤੂੰ ਵਾਪਸ ਪਰਤਾਉਣ ਵਾਸਤੇ ਵੀ ਕੁਝ ਪੱਲੇ ਬੰਨੇ ਹੀ। ਜੇ ਨਹੀਂ ਤਾਂ ਵਿਆਜ ਬਹੁਤ ਸਿਰ ਤੇ ਚੜ ਰਿਹਾ ਹੈ, ਹੁਣ ਹੀ ਸਾਵਧਾਨ ਹੋ ਜਾ। ਕਬੀਰ ਜੀ ਕਹਿੰਦੇ ਨੇ ਇਹ ਟਾਲ ਮਟੋਲ ਕਰਕੇ ਦਿਨ ਲੰਘਾ ਦੇਣੇ ਕੋਈ ਅਕਲਮੰਦੀ ਨਹੀਂ। ਇਹ ਤਾਂ ਲੰਘਦੇ ਹੀ ਜਾਣੇ ਨੇ, ਸਮਾਂ ਕਦੀ ਰੁਕਿਆ। ਦਿਨ ਸਿਚੜੈ ਫਿਰ ਆਥ ਵੈ, ਰਹਿਣ ਸਬਾਈ ਜਾਏ।
ਆਵ ਘਟੈ ਉਮਰ ਘਟਦੀ ਜਾ ਰਹੀ ਹੈ, ਨਰ ਨਾ ਬੁੱਝੈ। ਪਰ ਇਹ ਮਨੁੱਖ ਸਮਝਦਾ ਹੀ ਨਹੀਂ। ਆਵ ਘਟੈ ਨਰ ਨਾ ਬੁੱਝੈ, ਨਿਤ ਮੂਸਾ ਲਾਜ ਟੁਕਾਏ। ਹਰ ਰੋਜ਼ ਉਮਰ ਦੀ ਲੱਜ ਨੂੰ ਚੂਹਾ ਕੁਤਰੀ ਜਾ ਰਿਹਾ ਹੈ, ਕਾਲ ਦਾ ਚੂਹਾ। ਜਿਹੜੀ ਹਰ ਪਲ ਕੁਤਰੀ ਜਾ ਰਹੀ ਹੈ, ਇੱਕ ਦਿਨ ਕੱਟੀ ਜਾਏਗੀ। ਇਹ ਡੋਰ ਸਵਾਸਾਂ ਦੀ ਟੁੱਟ ਜਾਣੀ ਹੈ। ਤੂੰ ਟਾਲ ਮਟੋਲ ਕਰਕੇ ਜ਼ਿੰਦਗੀ ਨੂੰ ਬੇਅਰਥ ਨਾ ਗਵਾ। ਬਾਬਾ ਫਰੀਦ ਜੀ ਨੇ ਵੀ ਆਖਿਆ, ਦੇਖ ਰੱਬ ਨੇ ਹਿਸਾਬ ਜ਼ਰੂਰ ਪੁੱਛਣਾ ਹੀ। ਫਰੀਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ। ਲੇਖਾ ਰੱਬ ਮੰਗੇਸੀਆ, ਤੂੰ ਆਹੂੰ ਕਿਹੜੇ ਕੰਮ। ਕੁਝ ਸੌਂ ਕੇ ਸਮਾਂ ਬਿਤਾ ਲਿਆ, ਕੁਝ ਕੇਵਲ ਦੁਨਿਆਵੀ ਦੌੜ ਵਿੱਚ ਬਿਤਾ ਲਿਆ। ਰੱਬ ਨੇ ਪੁੱਛਣਾ ਹੀ, ਕੁਝ ਖੱਟ ਕੇ ਲਿਆਇਓ ਕਿ ਖਾਲੀ ਹੱਥ। ਕੈਸਾ ਸੁੰਦਰ ਸਵਾਲ ਬਾਣੀ ਵਿੱਚ ਦਰਸਾਇਆ ਗਿਆ ਹੈ। ਕਿਆ ਤਾਂ ਖੱਟਿਆ। ਜੇ ਇਸ ਦਾ ਜਵਾਬ ਨਹੀਂ, ਕੁਝ ਨਹੀਂ ਹੈ ਪੱਲੇ, ਤਾਂ ਸੁਭਾਵਕ ਹੈ ਫਿਰ ਉਹ ਪੁੱਛੇਗਾ ਜਿਹੜਾ ਧਨ ਦਿੱਤਾ ਸੀ ਉਹ ਗਵਾ ਕੇ ਕਿੱਥੇ ਆ ਗਿਆ। ਜੇ ਉਸ ਦੇ ਬਦਲੇ ਵਿੱਚ ਖੱਟ ਕੇ ਕੁਝ ਨਹੀਂ ਲਿਆਂਦਾ, ਤਾਂ ਇਸ ਦਾ ਮਤਲਬ ਹੈ ਤੂੰ ਪੂੰਜੀ ਗਵਾਈ ਹੈ। ਜੇ ਕਮਾਈ ਨਹੀਂ ਕੀਤੀ ਤੇ ਪੂੰਜੀ ਗਵਾਈ, ਇਹ ਤਾਂ ਮੂਰਖਤਾ ਹੈ। ਜੇ ਅਸੀਂ ਕੁਝ ਪੱਲੇ ਨਹੀਂ ਬਣ ਰਹੇ ਜੋ ਨਿਰੰਕਾਰ ਦੇ ਦਰ ਤੇ ਦਿਖਾ ਸਕੀਏ, ਤਾਂ ਅਸੀਂ ਕਮਾਈ ਨਹੀਂ ਕਰ ਰਹੇ, ਗੰਵਾਈ ਕਰ ਰਹੇ। ਮਿਲੀ ਹੋਈ ਪੂੰਜੀ ਵੀ ਲੁਟਾ ਰਹੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ ਹੈ, ਦੇਖ ਜਵਾਨੀ ਲੰਘ ਗਈ, ਬੁਢਾਪੇ ਨੇ ਤੇਰੇ ਸਰੀਰ ਨੂੰ ਜਿੱਤ ਲਿਆ ਹੈ, ਅਜੇ ਹੀ ਜਪ ਲੈ। ਉਮਰ ਬੀਤਦੀ ਜਾ ਰਹੀ ਹੈ, ਕੁਝ ਪੱਲੇ ਤੂੰ ਬੰਨਿਆ ਨਹੀਂ, ਸਾਵਧਾਨ ਹੋ। ਤਰਨਾਪੋ ਇਉਂ ਹੀ ਗਇਓ, ਜਵਾਨੀ ਇਉਂ ਹੀ ਚਲੇ ਗਈ। ਲਿਓ ਜਰਾ ਤਨ ਜੀਤ, ਬੁਢਾਪੇ ਨੇ ਤਨ ਨੂੰ ਜਿੱਤ ਲਿਆ। ਕਹੋ ਨਾਨਕ ਭਜ ਹਰਿ ਮਨਾ, ਔਦ ਜਾਤ ਹੈ ਬੀਤ। ਉਮਰ ਬੀਤਦੀ ਜਾ ਰਹੀ ਹੈ, ਐ ਮਨ ਜਾਗ। ਇਹ ਜ਼ਿੰਦਗੀ ਕਿਸੇ ਅਰਥ ਲਗਾ। ਭਾਈ ਗੁਰਦਾਸ ਜੀ ਨੇ ਆਖਿਆ, ਇਹ ਟਾਲ ਮਟੋਲੇ ਜੀਵਨ ਨੂੰ ਬਰਬਾਦ ਕਰਕੇ ਰੱਖ ਦਿੰਦੇ ਨੇ। ਧਰਮ ਨੂੰ ਮਤਾਂ ਆਖਰੀ ਸਮੇਂ ਲਈ ਟਾਲਦਾ ਰਹੇ। ਜੇ ਇੱਕ ਅੱਧ ਮਿਸਾਲ ਮਿਲਦੀ ਹੈ ਕਿਸੇ ਅਜਾਮਲ ਦੇ ਤਰ ਜਾਣ ਦੀ, ਤਾਂ ਇਹ ਸਾਰਵਜਨਕ ਨਹੀਂ ਹੈ ਕਿ ਹਰ ਮਨੁੱਖ ਇੰਜ ਅਖੀਰਲੇ ਵਕਤ ਤੇ ਸੁਰਤ ਜੋੜ ਲਵੇਗਾ ਜੇ ਸਾਰੀ ਉਮਰ ਨਾ ਜੋੜੀ ਹੋਈ। ਫਿਰ ਤਾਂ ਸਾਰੇ ਇੰਜ ਕਰ ਲੈਂਦੇ। ਭਾਈ ਸਾਹਿਬ ਕਹਿੰਦੇ ਨੇ, ਦੇਖ ਜੈਸੇ ਘਰ ਲਾਗੈ ਆਗ, ਜਾਗ ਕੂਆਂ ਖੋਦਿਓ ਚਾਹੈ। ਕਾਰਜ ਨਾ ਸਿੱਧ ਹੋਏ, ਰੋਏ ਪਛਤਾਈਐ। ਤੂੰ ਜਦੋਂ ਕੋਈ ਇਮਾਰਤ ਬਣਾਉਂਦਾ ਹੈ ਤਾਂ ਸੁਭਾਵਕ ਹੈ ਇਹ ਵੀ ਇੰਤਜ਼ਾਮ ਕਰਦਾ ਹੈ, ਕਿਸੇ ਵੇਲੇ ਕੋਈ ਖਤਰਾ ਹੋਵੇ, ਅੱਗ ਆਦਿਕ ਨਾ ਲੱਗ ਜਾਏ, ਉਸ ਦੇ ਬਚਾਅ ਲਈ ਵੀ ਕੋਈ ਇੰਤਜ਼ਾਮ ਕਰਦਾ ਹੈ। ਦੁਆਰ ਰੱਖਦਾ ਹੈ, ਫਾਇਰ ਐਗਜ਼ਿਟ, ਬਾਹਰ ਨਿਕਲ ਸਕੇ। ਲੇਕਿਨ ਕੋਈ ਇੰਤਜ਼ਾਮ ਹੀ ਨਾ ਕਰੇ ਅੱਗ ਬੁਝਾਉਣ ਦਾ ਤੇ ਅੱਗ ਜਾਏ ਲੱਗ। ਤੇ ਫਿਰ ਤੂੰ ਆਖੇ ਹੁਣ ਹੋਰ ਤਾਂ ਕੋਈ ਵਸੀਲਾ ਨਹੀਂ, ਪਰ ਮੈਂ ਖੂਹ ਪੁੱਟਦਾ, ਘਰ ਨੂੰ ਅੱਗ ਲੱਗੀ ਹੋਈ ਹੈ। ਤੂੰ ਸੋਚਣ ਲੱਗਾ ਹੈ ਹੁਣ ਕਿ ਖੂਹ ਪੁੱਟ ਕੇ ਪਾਣੀ ਕੱਢ ਕੇ ਤੇ ਅੱਗ ਬੁਝਾ ਦੇਵਾਂਗਾ, ਘਰ ਬਚ ਜਾਏਗਾ। ਮਿੱਤਰਾ, ਕੋਈ ਕਾਮਯਾਬੀ ਨਹੀਂ ਮਿਲ ਸਕੇਗੀ। ਇਹ ਇੰਤਜ਼ਾਮ ਪਹਿਲੇ ਕਰਨ ਦੀ ਜ਼ਰੂਰਤ ਸੀ। ਜੈਸੇ ਘਰ ਲਾਗੈ ਆਗ, ਜਾਗ ਕੂਆਂ ਖੋਦਿਓ ਚਾਹੈ। ਕਾਰਜ ਨਾ ਸਿੱਧ ਹੋਏ, ਰੋਏ ਪਛਤਾਈਐ। ਦੂਜੀ ਮਿਸਾਲ ਉਹਨਾਂ ਦਿੱਤੀ, ਜੈਸੇ ਸੰਗਰਾਮ ਸਮੇਂ
सीख्यो चाहे वीर विद्या, अनथा उत्तम जैत पदवी न पाइए। पहले तो शस्त्र विद्या सिखी कोई ना, दुश्मन सिर ते आ ढुके ते हुण तू सोचें कि मैं जांदा हाँ, पहले शस्त्र विद्या सिखांगा, फिर आके मुकाबला करांगा, फिर मैं जेतू बन जावांगा। तैनू दौड़न ही किसे नहीं देना, दुश्मन सिर ते ढुकिया होया। हुण बचाव दा कोई वसीला नहीं, पहले इंतजाम कर दो तां बचा सी, फिर तू जेतू भी बन सकदा सी। जैसे संग्राम समय उधरों रण तत्ते विच युद्ध हो रहा है ते तू शस्त्र विद्या सीखण जाना है, की लड़ेगा। जैसे संग्राम समय सीख्यो चाहे वीर विद्या, अन्यथा उत्तम जैत पदवी न पाइए। तीजी मिसाल, जैसे निस सोवत संगाती चल जात, पाछे भोर भये भार बांध चले कत जाइए। काफले नाल मिल के तुरिया कि पैंडे तय करने ने, नाल नाल यात्रा कर लवांगा, आसान होवेगी ये यात्रा। रस्ते विच ये काफला किते पड़ा करदा है, रुकिया है। रात सबना ने विश्राम कीता, अमृत वेले उठे सब तैयार हो के अपना अपना समान ले अगे तुर पे। दिन चढ़दे नूं उन्हां किन्ने पैंडे तय कर लै। जदों सूरज सिर ते आ गया उस वेले उठिया, हुण अपना समान इकट्ठा करदा है कि मैं काफले नूं जा मिलां। घड़ी दा कुत्थिया, सियाणे आखदे ने कोहां ते जा पैंदा है, कित्थे जा मिलेगा। भोर भये भार बांध चले कत जाइए। असली नुकता सानू समझाउंदे ने भाई गुरदास जी। तैसे माया धंध अंध अवध बिहाए जाए, अंत काल कैसे हर नाम लिव लाइए। इसे तरह जे जिंदगी तां गवा लई केवल माया दे धंधियां विच, अंधे बन के। अंधा इसलिए आखिया कि इसनूं दिखाई ही नहीं देंदा कि किहड़ी दौलत मैं नाल लिजा सकना, किहड़ी नहीं। उस पासे कोई ध्यान ही ना दिता। अंतकाल कैसे हर नाम लिव लाइए। जिंदगी बीतती जा रही है, मौत दा कोई वक्त पता नहीं, कद काल सिर ते आण कूके। इंतजाम कुछ नाल ले जाण दा कीता नहीं, किवें सुरत जोड़ लवेगा। सावधान हो। कबीर जी कहते ने टाले टोले करने छड़ दे। अगर इयों करदा रहा बड़ा वड्डा करजाई बन जाएगा। ते करजाई बंदे दी कोई इज्जत हुंदी है। दरगाह अंदर कोई मान ना मिल सकेगा। कबीर टाले टोले दिन गया, टाल मटोल विच ब्याज बढ़ंतो जाए। ना हर भजियो ना खत फटियो, काल पहुँचो आए। ना तू हरि दा सिमरन कीता, परमात्मा नू चेते रखिया, ते ना ही तेरे लेखे मुके। लेखा मुकाया जा सकता है। सतगुरु जी ने जिक्र किया है बाणी विच, धर्म राय दर कागद फारे, जन नानक लेखा समझा। जिन्हां गुरु दी मत पल्ले बन लई वो लेखियों मुक्त हो गए। किवें? लेखा हर कर्म दा हिसाब है। जद असीं करते बन जाते हैं, जिस वेले पूरी तरह मैं मिटा दी जाए, मैं करन वाला नहीं ते भोगण वाला भी नहीं होवांगा। ये परम अवस्था है। ना तां तू खत वो लेखा पढ़वा सके कि बिल्कुल मैं त्याग दिंदा। रज़ा दे वहण विच जिंदगी चलदी, प्रभु दी रज़ा विच राजी। कदी तेरे मन विच ये ख्याल ना आउंदा कि मैं कुछ करन वाला कीता है।
ਚੰਗੇ ਕੰਮਾਂ ਦਾ ਤੂੰ ਦਾਵਾ ਕਰਨਾ, ਮੈਂ ਕਰਨ ਵਾਲਾ ਹਾਂ। ਇੱਛਾ ਵੀ ਰੱਖਣਾ ਕਿ ਮੇਰਾ ਨਾਮ ਲਿਖ ਕੇ ਸੁਨਹਿਰੀ ਅੱਖਰਾਂ ਵਿੱਚ ਲਾ ਦਿੱਤਾ ਜਾਏ, ਕਬਰ ਤੇ ਵੀ ਲਿਖਿਆ ਰਹੇ। ਜੇ ਤੂੰ ਕਰਨ ਵਾਲਾ ਹੈ ਤੇ ਫਿਰ ਜਿੰਨੇ ਮੰਦੇ ਕੰਮ ਨੇ ਉਹਨਾਂ ਦਾ ਹਿਸਾਬ ਕਿਸ ਨੇ ਦੇਣਾ? ਲੱਖ ਛੁਪਾ ਲੋਕਾਂ ਦੀਆਂ ਅੱਖਾਂ ਤੋਂ, ਲੋਕਾਂ ਦੀ ਦ੍ਰਿਸ਼ਟੀ ਤੋਂ, ਸਿਰਜਣਹਾਰ ਪਾਸੋਂ ਕੁਝ ਨਾ ਛੁਪਾ ਸਕੇਗਾ। ਨਾ ਲੇਖਾ ਪਾੜ ਸਕਿਓ, ਨਾ ਹਰੀ ਦਾ ਭਜਨ ਕੀਤਾ, ਮੌਤ ਸਿਰ ਤੇ ਆਣ ਪੁੱਜੀ। ਕਰਜ਼ਾਈ ਬੜੇ ਵਧੇ ਹੋਏ ਵਿਆਜ ਦਾ ਲੇਖਾ ਲੈ ਕੇ ਸੰਸਾਰ ਤੋਂ ਤੁਰ ਪਿਓ, ਖਟਿਆ ਕੀ? ਕਾਲ ਪਹੁੰਚੋ ਆਏ, ਔਰ ਕਾਲ ਦਾ ਤਾਂ ਕੋਈ ਭਰੋਸਾ ਹੀ ਨਹੀਂ, ਕਦ ਆ ਜਾਏ, ਹਰ ਵੇਲੇ ਸਿਰ ਤੇ ਹੀ ਹੈ। ਸਿਆਣੇ ਲੋਕ ਤਾਂ ਇੰਜ ਸਮਝਦੇ ਨੇ ਕਿ ਕਾਲ ਤੇ ਰੱਬ ਦੋਵੇਂ ਕਦੀ ਦੂਰ ਨਹੀਂ। ਕੀ ਭਰੋਸਾ ਹੈ ਕਿਸ ਵੇਲੇ ਮੌਤ ਨੇ ਆਣ ਦਬੋਚਣਾ ਹੈ? ਇਸ ਤੋਂ ਅਗਲੇ 3 ਸ਼ਲੋਕ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਨੇ। ਉਹਨਾਂ ਸਿਰਲੇਖ ਵੀ ਨਾਲ ਦਿੱਤਾ ਹੈ। ਮਹਲਾ 5ਵਾਂ, ਜਾਮਾ ਸਰੀਰ 5ਵਾਂ, ਜੋਤ ਗੁਰੂ ਨਾਨਕ ਸਾਹਿਬ ਦੀ। ਕਬੀਰ ਕੂਕਰ ਭੌਂਕਣਾ, ਕਰੰਗ ਪਿੱਛੇ ਉੱਠ ਧਾਏ, ਕਰਮੀ ਸਤਿਗੁਰ ਪਾਇਆ, ਜਿਨਹੋਂ ਲਿਆ ਛਡਾਏ। ਕੂਕਰ ਦਾ ਮਤਲਬ ਹੁੰਦਾ ਹੈ ਕੁੱਤਾ। ਕੁੱਤੇ ਉਸ ਦਾ ਜ਼ਿਕਰ ਹੈ ਜਿਹੜਾ ਮਾਲਕ ਦਾ ਨਹੀਂ ਬਣਿਆ ਹੋਇਆ। ਵਿਆਜ ਜਿਹਦੇ ਸਿਰ ਚੜ ਰਿਹਾ ਹੈ ਉਸ ਦੀ ਚਰਚਾ ਹੀ ਚੱਲ ਰਹੀ ਹੈ ਕਿ ਇਹ ਮਨ ਨੇ ਸੁਭਾਅ ਕੂਕਰ ਵਾਲਾ ਬਣਾ ਲਿਆ ਹੈ। ਬਿਰਥਾ ਕਹੋਂ ਕੌਣ ਸਿਉ ਮਨ ਕੀ। ਕਿਸ ਨੂੰ ਮੈਂ ਇਸ ਦੀ ਸਾਰੀ ਚਰਚਾ ਕਰਕੇ ਹਾਲਤ ਦੱਸਾਂ? ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਬਿਰਥਾ ਕਹੋਂ ਕੌਣ ਸਿਉ ਮਨ ਕੀ, ਲੋਭ ਗ੍ਰਸਿਓ ਦਸਹੂੰ ਦਿਸ ਧਾਵਤ, ਆਸਾ ਲਾਗਿਓ ਤਨ ਕੀ। द्वार है द्वार स्वान ज्यों डोलत, नह सुध राम भजन की। अवारा कूकर की करदा है ही अवारा, मालक दा नहीं, इसलिए वफादारी दा कोई सवाल नहीं। एक तां दर दर भटकदा है। जिन्ना मनुख दे मन अंदर लोभ हावी हो जाए, ये उन्ना भटकदा है। ਲੋਭੀ ਮਨ ਕਦੀ ਥਿਰ ਨਹੀਂ ਰਹਿੰਦਾ ਤੇ ਇੱਕ ਸਟੇਜ ਐਸੀ ਵੀ ਆ ਜਾਂਦੀ ਹੈ ਕਿ ਇਹ ਲੋਭ ਹਲਕਾ ਬਣ ਜਾਂਦਾ ਹੈ। ਕੇਵਲ ਦਰ ਦਰ ਤੇ ਪੂਛ ਹੀ ਨਹੀਂ ਹਿਲਾਉਂਦਾ, ਹਲਕ ਜਾਏ ਕੁੱਤਾ ਤਾਂ ਕੱਟਦਾ ਵੀ ਹੈ ਕਿਸੇ ਨੂੰ ਵੀ। ਮਨੁੱਖੀ ਮਨ ਦੀ ਅਵਸਥਾ ਵੀ ਐਸੀ ਬਣ ਸਕਦੀ ਹੈ, ਜੇ ਲੋਭ ਪ੍ਰਬਲ ਹੋ ਗਿਆ, ਵਧੇਰੇ ਸ਼ਕਤੀਸ਼ਾਲੀ ਹੋ ਗਿਆ, ਤਾਂ ਇਹ ਮਨ ਹਲਕਾਏ ਕੁੱਤੇ ਵਾਲਾ ਕੰਮ ਕਰੇਗਾ, ਕਿਸੇ ਨੂੰ ਵੀ ਕੱਟ ਲੈ। ਲੋਭ ਲਹਿਰ ਸਭ ਸੁਆਨ ਹਲਕ ਹੈ, ਹਲਕਿਓ ਸਭੈ ਬਿਗਾਰੇ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਬਚਨ ਹਨ। ਗੁਰੂ ਅਰਜਨ ਦੇਵ ਜੀ ਨੇ ਵੀ ਆਖਿਆ, ਜਿਉਂ ਕੂਕਰ ਹਰਕਾਇਆ, ਧਾਵੈ ਦਹ ਦਿਸ ਜਾਏ, ਲੋਭੀ ਜੰਤ ਨਾ ਜਾਣਈ, ਪੱਖ ਅਪੱਖ ਸਭ ਖਾਏ। ਕੋਈ ਪਤਾ ਹੀ ਨਹੀਂ ਕੀ ਖਾਣਾ ਹੈ, ਕੀ ਭੁੰਚਣਾ ਹੈ, ਜੋ ਸਾਹਮਣੇ ਆ ਗਿਆ ਉਸ ਦੇ ਦੰਦ ਮਾਰ ਦਿੱਤਾ। ਇਹ ਮਨ ਦਾ ਕੁੱਤਾ ਭਟਕਦਾ ਹੈ। ਤ੍ਰਿਸ਼ਨਾ ਨੇ, ਲੋਭ ਨੇ ਇਸ ਨੂੰ ਸਤਾ ਰੱਖਿਆ। ਫਿਰ ਅਵਾਰਾ ਕੂਕਰ ਮੁਰਦਾਰ ਵੱਲ ਦੌੜੇਗਾ, ਹੱਡਾ ਰੇੜੀ ਵੱਲ ਜਾਏਗਾ, ਜਿੱਥੇ ਮੋਏ ਡੰਗਰ ਪਏ ਨੇ। ਮਾਸ ਤੇ ਖਾਇਆ ਮੋਏ ਡੰਗਰ ਦਾ ਇਸ ਨੇ ਖਾਧਾ, ਬਲਕਿ ਕੁੱਤੇ ਅੰਦਰ ਇੱਕ ਹੋਰ ਕਮਜ਼ੋਰੀ ਹੈ, ਇਹਨੂੰ ਹੱਡੀ ਦਾ ਸਵਾਦ ਹੈ। ਹੱਡੀ ਵਿੱਚ ਕੁਝ ਵੀ ਨਹੀਂ। ਕੀ ਹੁੰਦਾ? ਇਸ ਦੇ ਆਪਣੇ ਮਸੂੜੇ
ਤੇ ਮੂੰਹ ਦਾ ਅੰਦਰਲਾ ਮਾਸ ਉਸ ਹੱਡੀ ਨਾਲ ਜ਼ਖਮੀ ਹੋ ਜਾਂਦਾ ਹੈ। ਆਪਣਾ ਹੀ ਖੂਨ ਨਿਕਲਦਾ ਹੈ, ਗਲੇ ਵਿੱਚ ਉਤਰਦਾ ਹੈ, ਸੋਚਦਾ ਮੈਂ ਖੂਨ ਪੀ ਰਿਹਾ। ਆਪਣਾ ਨੁਕਸਾਨ ਕਰਦਾ ਹੈ ਐਟ ਦਾ ਐਂਡ। ਕਰੰਗ ਪਿੱਛੇ ਦੌੜਿਆ ਫਿਰਦਾ ਹੈ। ਕਰੰਗ ਹੈ ਜਿਸ ਦੇ ਅੰਦਰ ਜਾਨ ਨਹੀਂ, ਹੱਡੀਆਂ ਹੀ ਹੱਡੀਆਂ ਨੇ। ਮੋਇਆ ਡੰਗਰ ਉਸ ਪਿੰਜਰ ਵੱਲ ਦੌੜਿਆ ਫਿਰਦਾ ਹੈ। ਕਦੀ ਜ਼ਿੰਦਗੀ ਦੀ ਦੌੜ ਨੂੰ ਗੌਰ ਨਾਲ ਦੇਖਿਆ ਜਾਏ ਤਾਂ ਸਾਡੀ ਦੌੜ ਭੱਜ ਮੁਰਦਾਰ ਵੱਲ ਤਾਂ ਨਹੀਂ। ਮੁਰਦਾਰ ਮਨੁੱਖ ਵਾਸਤੇ ਕੀ ਹੈ? ਧਰਮ ਦੀ ਦੁਨੀਆ ਵਿੱਚੋਂ ਦੇਖੀਏ ਤਾਂ ਸਤਿਗੁਰੂ ਕਹਿੰਦੇ ਨੇ ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ। ਮੁੱਠਾ ਆਪ ਮੁਹਾਏ ਸੱਥ ਹੈ, ਨਾਨਕ ਐਸਾ ਆਗੂ ਜਾਪੈ। ਆਗੂ ਵੀ ਇਸ ਤਰ੍ਹਾਂ ਦੇ ਬਣ ਗਏ। ਕੂੜ ਬੋਲ ਕੇ ਜੋ ਕੁਝ ਅਸੀਂ ਹੜੱਪਨੇ ਆ, ਕਿਸੇ ਦਾ ਵੀ, ਕਿਸੇ ਦਾ ਹੱਕ ਖੋਣਾ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ। ਕੂੜ ਬੋਲ ਜੋ ਵਿਹਾਜਨੇ ਆ ਉਹ ਸਭ ਕਰੰਗ ਹੈ, ਮੁਰਦਾਰ ਹੈ। ਉਹ ਮੁਰਦਾ ਖਾ ਰਹੇ। ਤੇ ਲੋਭ ਭਰਿਆ ਮਨ ਇਹ ਕੰਮ ਕਰਨ ਤੋਂ ਬਾਜ ਆਉਂਦਾ ਨਹੀਂ, ਦੌੜਦਾ ਹੀ ਕਰੰਗ ਦੇ ਪਿੱਛੇ ਹੈ। ਜੋ ਕੁਝ ਹੈ ਮੈਂ ਹੜਪ ਲਵਾਂ। ਜ਼ਿੰਦਗੀ ਲਹੂ ਲੁਹਾਨ ਕਰ ਬੈਠਦਾ ਹੈ ਕੂਕਰ ਦੀ ਨਿਆਈ। ਗੁਰੂ ਅਰਜਨ ਦੇਵ ਜੀ ਮਹਾਰਾਜ ਮਨ ਦੀ ਹਾਲਤ ਬਿਆਨ ਕਰ ਰਹੇ ਹਨ। ਕਬੀਰ ਕੂਕਰ ਭੌਂਕਣਾ, ਕਰੰਗ ਪਿੱਛੇ ਉੱਠਦਾ ਏ। ਭਗਤ ਕਬੀਰ ਜੀ ਦੇ ਸਲੋਕਾਂ ਵਿੱਚ ਸਲੋਕ ਆਪਣਾ ਸ਼ਾਮਲ ਕੀਤਾ ਹੈ, ਪਰ ਸਿਰਲੇਖ ਦੇ ਕੇ। ਮਹਲਾ ਪੰਜਵਾਂ। ਨਾਮ ਕਬੀਰ ਜੀ ਦਾ ਨਾਲ ਲਿਆ ਹੈ। ਕਬੀਰ ਕੂਕਰ ਭੌਂਕਣਾ, ਕਰੰਗ ਪਿੱਛੇ ਉੱਠਦਾ ਏ। ਤੇ ਭੌਂਕਣ ਦਾ ਵੀ ਕੁੱਤੇ ਦਾ ਕੋਈ ਅਰਥ ਨਹੀਂ। ਅਵਾਰਾ ਕੂਕਰ ਦਾ ਰਾਤ ਸਗੋਂ ਲੋਕਾਂ ਨੂੰ ਸੌਣ ਨਾ ਦੇਵੇ। ਫਿਰ ਕੁੱਤੇ ਦੀ ਇੱਕ ਭੈੜੀ ਆਦਤ ਇਹ ਹੈ, ਪਿੰਡਾਂ ਵਿੱਚ ਤੁਸਾਂ ਡਿੱਠਾ ਹੋਵੇਗਾ, ਇੱਕ ਮਹੱਲੇ ਦਾ ਕੁੱਤਾ ਬੋਲਦਾ ਹੈ, ਭੌਂਕਦਾ ਹੈ ਰਾਤ ਟਿਕੀ ਹੋਈ, ਤੇ ਦੂਜੇ ਮਹੱਲੇ ਦੇ ਸਾਰੇ ਹੀ ਭੌਂਕਣ ਲੱਗ ਪੈਂਦੇ ਨੇ। ਇੱਕ ਦੂਜੇ ਨੂੰ ਦੇਖ ਕੇ ਬਕਵਾਸ ਚੱਲ ਰਿਹਾ ਹੈ, ਆਰਾਮ ਵਿੱਚ ਖਲਲ ਪਾ ਰਹੇ ਹਨ। ਲੋਭ ਦਾ ਕੁੱਤਾ ਬੜਾ ਭੌਂਕਦਾ ਹੈ, ਮੁਰਦਾਰ ਪਿੱਛੇ ਦੌੜਦਾ ਹੈ, ਕੂੜ ਬੋਲ ਖਾਂਦਾ ਹੈ। ਕਬੀਰ ਕੂਕਰ ਭੌਂਕਣਾ, ਕਰੰਗ ਪਿੱਛੇ ਉੱਠ ਧਾਏ। ਕਰਮੀ ਸਤਿਗੁਰ ਪਾਇਆ, ਜਿਨ੍ਹੋਂ ਲਿਆ ਛਡਾਏ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਰੱਬ ਦੀ ਬੜੀ ਮਿਹਰ ਹੋਈ, ਮੈਂ ਟਾਲ ਮਟੋਲਿਆਂ ਤੋਂ ਵੀ ਬਚ ਗਿਆ, ਲਾਲਚ ਦੇ ਕੁੱਤੇ ਤੋਂ ਵੀ ਬਚਾ ਹੋ ਗਿਆ। ਪੂਰਾ ਸਤਿਗੁਰੂ ਮਿਲਿਆ ਤੇ ਉਸਨੇ ਮੈਨੂੰ ਵਿਕਾਰਾਂ ਤ੍ਰਿਸ਼ਨਾ ਦੇ ਪੰਜੇ ਚੋਂ ਕੱਢ ਲਿਆ। ਇਹ ਮਨ ਦਾ ਬਕਵਾਸ ਵੀ ਬੰਦ, ਇਹ ਭੌਂਕਦਾ ਨਹੀਂ, ਸ਼ਾਂਤ ਹੈ ਤੇ ਕਰੰਗ ਪਿੱਛੇ ਦੌੜਦਾ ਵੀ ਨਹੀਂ। ਇਸ ਤੋਂ ਅਗਲਾ ਸ਼ਲੋਕ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਰਚਨਾ ਹੈ। ਫਿਰ ਸਿਰਲੇਖ ਦਿੱਤਾ ਹਜ਼ੂਰ ਨੇ। ਮਹਲਾ ਪੰਜਵਾਂ। ਕਬੀਰ ਧਰਤੀ ਸਾਧ ਕੀ, ਤਸਕਰ ਬੈਸਹਿ ਗਾਹੇ। ਧਰਤੀ ਭਾਰ ਨ ਵਿਆਪਈ, ਉਨਕੋ ਲਾਹੂ ਲਾਹੇ। ਸਾਧੂ ਦੀ ਧਰਤੀ, ਸਤਿਗੁਰੂ ਦੀ ਧਰਤੀ, ਇੱਥੇ ਕੋਈ ਤਸਕਰ ਚੋਰ ਵੀ ਆ ਬੈਠਾ। ਇੱਕ ਨਹੀਂ ਭਾਵੇਂ ਕਈ ਆ ਬੈਠਣ, ਪਰ ਪੂਰਾ ਗੁਰੂ ਗਹਿਰ ਗੰਭੀਰ ਹੈ। ਲੱਖ ਚੋਰ ਇੱਕ ਸਤਿਗੁਰੂ ਦੇ ਸੁਭਾਅ ਨੂੰ ਖਰਾਬ ਨਹੀਂ ਕਰ ਸਕਦੇ, ਪਰ ਇੱਕ ਕਾਮਲ ਮੁਰਸ਼ਿਦ ਪੂਰਾ ਗੁਰੂ ਲੱਖਾਂ ਵਿਕਾਰੀਆਂ ਨੂੰ ਨਿਰੰਕਾਰ ਦੇ ਲੜ ਲਾਉਣ ਦੇ ਸਮਰੱਥ ਹੈ। ਇਸ
ਜ਼ਮੀਨ ਤੇ ਜਿੱਥੇ ਸਾਧੂ ਬੈਠਾ ਹੈ, ਪੂਰਾ ਗੁਰੂ ਬੈਠਾ ਹੈ, ਉਸ ਧਰਤੀ ਦੇ ਉੱਪਰ ਪ੍ਰਭਾਵ ਹੈ ਜੋ ਉਹ ਸਾਧੂ ਦਾ ਹੈ। ਉੱਥੋਂ ਦੀ ਵਾਈਬ੍ਰੇਸ਼ਨ ਪਵਿੱਤਰ ਹੈ। ਕਬੀਰ ਧਰਤੀ ਸਾਧਕੀ, ਜਿੱਥੇ ਸਾਧੂ ਬੈਠਾ ਹੈ। ਤਸਕਰ ਬੈਸੈ, ਕਈ ਚੋਰ ਵੀ ਆ ਬੈਠੇ, ਵਿਕਾਰੀ ਬੰਦੇ ਵੀ ਆ ਬੈਠਦੇ ਹਨ। ਜੇ ਆ ਜਾਣ ਗਾਹੇ, ਬਸ ਇੰਨਾ ਕੁ ਕੰਮ ਉਹਨਾਂ ਵਿੱਚ ਕਰਨ ਦੀ ਭਾਵਨਾ ਹੋਵੇ ਕਿ ਫਿਰ ਪਕੜ ਲੈਣ ਉਸ ਧਰਤੀ ਨੂੰ ਜਿੱਥੇ ਬੈਠ ਗਏ ਨੇ। ਜੇ ਗੁਰੂ ਦੇ ਪਾਸ ਜਾਣ ਦਾ ਮੌਕਾ ਬਣ ਗਿਆ, ਮੰਨਿਆ ਜ਼ਿੰਦਗੀ ਵਿਕਾਰਾਂ ਵਿੱਚ ਬੀਤ ਰਹੀ ਸੀ, ਚੋਰੀਆਂ ਕਰਨ ਵਿੱਚ, ਬੇਈਮਾਨੀਆਂ ਕਰਨ ਵਿੱਚ ਲੰਘ ਰਹੀ ਸੀ, ਪਰ ਹੁਣ ਮੌਕਾ ਮਿਲ ਗਿਆ ਹੈ ਗੁਰੂ ਦੀ ਧਰਤੀ ਤੇ ਪੁੱਜ ਜਾਣ ਦਾ, ਗੁਰੂ ਦੇ ਪਾਸ ਬੈਠ ਜਾਣ ਦਾ। ਹੁਣ ਗਹਿ ਲੈਣ, ਗੱਲ ਇੰਨੀ ਹੈ, ਪਕੜ ਲੈਣ। ਇੱਕ ਵਾਰੀ ਮੱਲ ਕੇ ਸਿਦਕ ਨਾਲ ਬੈਠ ਜਾਣ, ਜ਼ਿੰਦਗੀ ਬਦਲ ਜਾਏਗੀ। ਧਰਤੀ ਭਾਰ ਨ ਵਿਆਪਈ, ਉਨ ਕੋ ਲਾਹੂ ਲਾਹੇ। ਇਹਨਾਂ ਵਿਕਾਰੀਆਂ ਦਾ ਧਰਤੀ ਤੇ ਕੋਈ ਬੋਝ ਨਹੀਂ ਪਵੇਗਾ। ਧਰਤੀ ਤੇ ਇੰਨਾ ਕੁਝ ਹੈ, ਪਰ ਧਾਰਮਿਕ ਲੋਕ ਬੋਝ ਗਿਣਦੇ ਨੇ ਅਕਿਰਤ ਘਣ ਲੋਕਾਂ ਦਾ, ਜਿਹੜੇ ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਭੁਲਾ ਕੇ ਸ਼ੁਕਰਾਨਾ ਵੀ ਨਹੀਂ ਕਰਦੇ। ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਨਾ ਤਿਸ ਭਾਰੇ ਪਰਬਤਾਂ ਅਸਮਾਨ ਖਾਂਦੇ। ਬੰਦੇ ਨਾਲੋਂ ਤਾਂ ਪਰਬਤ ਦਾ ਬੋਝ ਬਹੁਤ ਵਧੇਰੇ ਹੈ, ਲੇਕਿਨ ਧਾਰਮਿਕ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਭਾਈ ਸਾਹਿਬ ਆਖਦੇ ਨੇ, ਜ਼ਮੀਨ ਤੇ ਅਸਮਾਨਾਂ ਨੂੰ ਖਹਿਣ ਵਾਲੇ ਭਾਵ ਬੜੇ ਉੱਚੇ ਉੱਚੇ ਪਰਬਤ ਵੀ ਬੋਝ ਨਹੀਂ। ਨਾ ਤਿਸ ਭਾਰੇ ਕੋਟ ਗੜ ਘਰ ਬਾਰ ਦਿਸੰਦੇ, ਮਹਿਲ ਮਾੜੀਆਂ ਵੀ ਬੋਝ ਨਹੀਂ। ਨਾ ਤਿਸ ਭਾਰੇ ਸਾਇਰਾਂ ਨਦ ਵਾਹ ਵਹੰਦੇ, ਪਾਣੀ ਦੇ ਸਮੁੰਦਰ ਭਰੇ ਹੋਏ ਵਹਿੰਦੇ ਦਰਿਆ ਵੀ ਧਰਤੀ ਤੇ ਬੋਝ ਨਹੀਂ। ਨਾ ਤਿਸ ਭਾਰੇ ਤਰਵਰਾਂ ਫਲ ਸੁਫਲ ਫਲੰਦੇ, ਨਾ ਦਰਖਤਾਂ ਦਾ ਬੋਝ ਹੈ, ਨਾ ਲੱਗੇ ਫਲਾਂ ਹੋਇਆ ਦਾ ਜਾਂ ਫੁੱਲਾਂ ਦਾ ਕੋਈ ਫਰਕ ਹੈ ਕਿ ਬੋਝ ਹੈ ਜ਼ਮੀਨ ਤੇ, ਬਿਲਕੁਲ ਨਹੀਂ। ਨਾ ਤਿਸ ਭਾਰੇ ਤਰਵਰਾਂ ਫਲ ਸੁਫਲ ਫਲੰਦੇ, ਫਲ ਦਿੰਦੇ ਨੇ, ਫੁੱਲ ਦਿੰਦੇ ਨੇ ਇਹ ਬਿਰਸ਼, ਪਰ ਧਰਤੀ ਉੱਪਰ ਬੋਝ ਨਹੀਂ ਬਣਦੇ। ਨਾ ਤਿਸ ਭਾਰੇ ਜੀ ਜੰਤ ਅਣਗਣਤ ਫਿਰੰਦੇ, ਇਹਨੇ ਅਣਗਿਣਤ ਜੀਵ ਜੰਤੂ ਫਿਰਦੇ ਨੇ। ਭਾਈ ਸਾਹਿਬ ਆਖਦੇ ਨੇ, ਮੈਂ ਇਹਨਾਂ ਨੂੰ ਵੀ ਧਰਤੀ ਤੇ ਬੋਝ ਨਹੀਂ ਗਿਣਦਾ। ਫਿਰ ਬੋਝ ਕੌਣ ਹੈ? ਭਾਰੇ ਭੋਏ ਅਕਿਰਤ ਘਣ ਮੰਦੀ ਹੂੰ ਮੰਦੇ। ਅਕਿਰਤ ਘਣ ਜੋ ਦਾਤਾਂ ਤਾਂ ਭੋਗਣ, ਪਰ ਮਾਲਕ ਦਾ ਸ਼ੁਕਰਾਨਾ ਵੀ ਨਾ ਕਰਨ, ਉਸ ਦੀ ਯਾਦ ਭੁਲਾ ਛੱਡਣ। ਉਹ ਭੈੜਿਆਂ ਚੋਂ ਭੈੜੇ ਨੇ ਔਰ ਜ਼ਮੀਨ ਤੇ ਬੋਝ ਨੇ। ਜਿਸ ਵੇਲੇ ਸਾਧੂ ਦੇ ਸੰਗ ਵਿੱਚ ਜਾ ਬੈਠੇ ਸਨ ਤਾਂ ਪਹਿਲੇ ਤਸਕਰ, ਚੋਰ, ਬੇਈਮਾਨ, ਲੇਕਿਨ ਹੁਣ ਸਾਧੂ ਦੇ ਪਾਸ, ਸਾਧੂ ਦੀ ਧਰਤੀ ਤੇ ਆ ਬੈਠੇ ਨੇ ਔਰ ਇਸ ਨੂੰ ਪਕੜ ਲਿਆ ਹੈ, ਮੱਲ ਲਿਆ ਹੈ, ਇੱਥੇ ਟਿਕ ਗਏ ਨੇ। ਵਿਕਾਰ ਦੂਰ ਹੋ ਜਾਣਗੇ। ਧਰਤੀ ਭਾਰ ਨਾ ਵਿਆਪਈ, ਉਨ ਕੋ ਲਾਹੂ ਲਾਹੇ। ਉਹਨਾਂ ਨੂੰ ਲਾਹਾ ਹੀ ਲਾਹਾ ਹੈ। ਜਿਹੜੇ ਆ ਬੈਠੇ ਸਤਿਗੁਰੂ ਦੇ ਪਾਸ, ਉਹਨਾਂ ਦੇ ਵਿਕਾਰ ਮਿਟ ਗਏ, ਉਹ ਧਰਤੀ ਤੇ ਬੋਝ ਨਹੀਂ ਬਣੇ। ਉਹ ਵਾਤਾਵਰਣ ਜੋ ਸਾਧੂ ਨੇ ਬਣਾ ਰੱਖਿਆ ਸੀ, ਉਸ ਨੇ ਇਹਨਾਂ ਨੂੰ ਲਾਭ ਹੀ ਦਿੱਤਾ। ਇਹ ਚੰਗੇ ਪੁਰਸ਼ ਹੋ ਨਿਬੜੇ ਹਨ। 211ਵਾਂ ਸ਼ਲੋਕ, ਇਹ ਵੀ ਪੰਚਮ ਪਾਤਸ਼ਾਹ ਜੀ ਦੀ ਹੀ ਰਚਨਾ ਹੈ। ਮਹਲਾ ਪੰਜਵਾਂ। ਕਬੀਰ ਚਾਵਲ ਕਾਰਨੇ ਤੁਖ ਕੋ ਮੋਹਲੀ ਲਾਏ, ਸੰਗ ਕੁਸੰਗੀ ਬੈਸਤੇ ਤਬ ਪੁੱਛੈ ਧਰਮ ਰਾਏ। ਆਮ ਤੌਰ ਤੇ ਇਹਨਾਂ ਬਚਨਾਂ ਦੇ ਅਰਥ ਕੀਤੇ ਜਾਂਦੇ ਹਨ ਕਿ ਤੋਹਾਂ ਨਾਲੋਂ, ਚੌਲ ਦੇ ਛਿਲਕੇ ਨਾਲੋਂ ਚੌਲਾਂ ਨੂੰ ਅਲੱਗ ਕਰਨ ਲਈ ਜਦੋਂ ਛੜਿਆ ਜਾਂਦਾ ਹੈ ਤਾਂ ਮੋਹਲੀ ਦੀ ਸੱਟ ਤੋਹਾਂ ਨੂੰ ਪੈਂਦੀ ਹੈ, ਤੁਖ ਨੂੰ ਪੈਂਦੀ ਹੈ। ਜੋ ਮਨੁੱਖ ਵਿਕਾਰੀਆਂ ਦੀ ਸੰਗਤ ਵਿੱਚ ਬਹਿੰਦੇ ਨੇ, ਉਹ ਵਿਕਾਰ ਕਰਨ ਲੱਗ ਪੈਂਦੇ ਨੇ
ਤੇ ਧਰਮਰਾਜ ਉਹਨਾਂ ਤੋਂ ਲੇਖਾ ਮੰਗਦਾ ਹੈ, ਚੋਟਾਂ ਉਹਨਾਂ ਨੂੰ ਵੀ ਖਾਣੀਆਂ ਪੈਂਦੀਆਂ ਨੇ। ਪਰ ਥੋੜਾ ਗੌਰ ਨਾਲ ਦੇਖੀਏ, ਚੌਲ ਵਿਕਾਰੀ ਨਹੀਂ, ਤੁਖ ਬੇਕਾਰ ਜ਼ਰੂਰ ਹੈ। ਜੇ ਸੱਟ ਕੋਈ ਮੋਹਲੀ ਦੀ ਮਾਰਦਾ ਹੈ ਤੁਖ ਦੇ ਉੱਪਰ, ਤੇ ਤੁਖ ਨਿਕੰਮਾ ਹੈ। ਸਗੋਂ ਚਾਵਲ ਨੂੰ ਵੀ ਨਾਲ ਚੋਟ ਪਹੁੰਚ ਜਾਂਦੀ ਹੈ ਕਈ ਦਫਾ ਛੜਨ ਵੇਲੇ। ਪਰ ਸੰਗ ਕਿਉਂਕਿ ਇਸ ਨੇ ਤੁਖ ਦਾ ਬੇਕਾਰ ਦਾ ਕੀਤਾ ਸੀ, ਇਸ ਲਈ ਇਹ ਅਨਵੈ ਅਰਥ ਇਸ ਨੂੰ ਆਖਦੇ ਹਨ। ਕਾਰਨੇ ਤੁਖ ਕੋ, ਤੁਖ ਦੇ ਕਾਰਨ ਚੌਲ ਨੂੰ ਵੀ ਸੱਟ ਸਹਿਣੀ ਪਈ। ਦੁਨੀਆ ਵਿੱਚ ਵਿਚਰਦਿਆਂ ਹੋਇਆਂ ਜਦੋਂ ਅਸੀਂ ਕੁਸੰਗੀਆਂ ਦੇ ਸੰਗ ਬੈਠਦੇ ਹਾਂ ਤਾਂ ਧਰਮ ਰਾਏ ਨੇ ਲੇਖਾ ਤਾਂ ਪੁੱਛਣਾ ਹੈ। ਭਗਤ ਸੂਰਦਾਸ ਜੀ ਨੇ ਆਖਿਆ ਹੈ, ਛਾੜ ਮਨ ਹਰ ਬੇਮੁਖਨ ਕੋ ਸੰਗ। ਐ ਮਨਾ ਹਰੀ ਤੋਂ ਬੇਮੁਖ ਬੰਦਿਆਂ ਦਾ ਸੰਗ ਛੱਡ ਦੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਰਮਾਇਆ, ਦੁਸ਼ਟੀ ਸਭਾ ਵਿਗੁਚੀਐ ਬਿਖਵਾਤੀ ਜੀਵਨ ਬਾਦ। ਦੁਸ਼ਟਾਂ ਦੀ ਸਭਾ ਵਿੱਚ ਮਿਲਿਆ ਹੋਇਆਂ ਖੁਆਰੀਆਂ ਹੀ ਪੱਲੇ ਪੈਂਦੀਆਂ ਨੇ। ਉੱਥੇ ਬਾਤ ਵੀ ਵਿਕਾਰਾਂ ਦੀ ਚੱਲਦੀ ਹੈ। ਜ਼ਿੰਦਗੀ ਦਾ ਸਮਾਂ ਬੇਕਾਰ ਜਾਂਦਾ ਹੈ। ਉਹਨਾਂ ਦੀਆਂ ਗੱਲਾਂ ਧਰਮ ਤੋਂ ਤੋੜਨ ਵਾਲੀਆਂ ਹੋਣਗੀਆਂ, ਉਹਨਾਂ ਤੋਂ ਬਚ। ਇਹ ਕੁਸੰਗ ਤੈਨੂੰ ਵੀ ਸਜ਼ਾ ਦਾ ਅਧਿਕਾਰੀ ਨਾ ਬਣਾ ਦੇਵੇ। ਇਹ ਕਰਦੇ ਕੀ ਹਨ? ਹਰ ਜਸ ਸੁਨਹਿ ਨਾ ਹਰ ਗੁਣ ਗਾਵੇ। ਜਿਹੜੇ ਬਹੁਤ ਗੱਲਾਂ ਕਰਨ ਵਾਲੇ ਨੇ, ਸਾਵਧਾਨ। ਆਪ ਹਰੀ ਜਸ ਗਾਉਣਾ ਨਹੀਂ। ਹਰ ਜਸ ਸੁਨਹਿ ਨਾ ਹਰ ਗੁਣ ਗਾਵੇ, ਬਾਤਨ ਹੀ ਅਸਮਾਨ ਗਿਰਾਵੇ। ਗੱਲਾਂ ਕਰਨਗੇ ਸਾਡੇ ਵਰਗਾ ਧਾਰਮਿਕ ਬੰਦਾ ਹੀ ਕੋਈ ਨਹੀਂ। ਅਸਮਾਨ ਨੂੰ ਟਾਕੀਆਂ ਲਾ ਦੇਣ, ਅਸਮਾਨ ਹੇਠਾਂ ਸੁੱਟ ਲੈਣ। ਆਪਣੇ ਆਪ ਨੂੰ ਇੰਨੇ ਉੱਚੇ ਦੱਸਦੇ ਨੇ ਤੇ ਗੱਲ ਵਿੱਚ ਭਗਤੀ ਦੀ ਹੈ ਕੋਈ ਨਹੀਂ। ਬਾਤਨ ਹੀ ਅਸਮਾਨ ਗਿਰਾਵੇ। ਐਸੇ ਲੋਗਨ ਸਿਉ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀ ਹੈ। ਕਬੀਰ ਜੀ ਕਹਿੰਦੇ ਨੇ, ਇਹਨਾਂ ਤੋਂ ਡਰ ਕੇ ਹੀ ਰਹੀ, ਦੂਰ ਰਹੀ। ਇਹ ਭਗਤੀ ਤੋਂ ਹੀਣੇ ਮਨੁੱਖਾਂ ਦੀ ਸੰਗਤ ਕੁਸੰਗਤ ਹੈ। ਇਹ ਤੈਨੂੰ ਦੰਡ ਦਾ ਅਧਿਕਾਰੀ ਨਾ ਬਣਾ ਦੇਵੇ, ਬਚ। ਤੈਨੂੰ ਵੀ ਉਲਟੇ ਪਾਸੇ ਤੋਰ ਲਏਗੀ। ਇਹ ਕਰਦੇ ਕੀ ਹਨ? ਆਪ ਨਾ ਦੇਹ ਚੁਰੂ ਭਰ ਪਾਣੀ। ਚੁਲੀ ਭਰ ਪਾਣੀ ਆਪ ਦੇਣਾ ਨਹੀਂ, ਤੇ ਨਿੰਦਿਆ ਕਰਨ ਵੇਲੇ ਗੰਗਾ ਦਰਿਆ ਵਗਾ ਦੇਣ ਵਾਲਿਆਂ ਦੀ ਵੀ ਕਰਦੇ ਨੇ। ਆਪ ਨਾ ਦੇਹ ਚੁਰੂ ਭਰ ਪਾਣੀ, ਤਿਹ ਨਿੰਦਹਿ ਜਿਹ ਗੰਗਾ ਆਨੀ। ਬੈਠਤ ਉਠਤ ਕੁਟਿਲਤਾ ਚੱਲ ਹੈ, ਆਪ ਗਏ ਔਰਨ ਹੂੰ ਕੱਲ ਹੈ। ਆਪਣਾ ਜੀਵਨ ਵੀ ਬਰਬਾਦ ਕੀਤਾ ਹੈ। ਜਿਹੜੇ ਇਹਨਾਂ ਦੇ ਸੰਗ ਮਿਲ ਗਏ, ਉਹਨਾਂ ਨੂੰ ਵੀ ਉਹੀ ਪੁੱਠੇ ਪਾਸੇ ਪਾ ਲਿਆ। ਛਾੜ ਕੋ ਚਰਚਾ ਆਨ ਨ ਜਾਣੈ, ਬ੍ਰਹਮਾ ਹੂ ਕੋ ਕਹਿਓ ਨਾ ਮਾਨੈ। ਬ੍ਰਹਮਾ ਵੀ ਉਪਦੇਸ਼ ਦੇਣ ਆਵੇ ਤਾਂ ਸੁਣਦੇ ਨਹੀਂ, ਮੰਨਦੇ ਨਹੀਂ। ਕੁਚਰਚਾ ਬਥੇਰੀ ਕਰਦੇ ਨੇ, ਫਾਲਤੂ ਬਕਵਾਸ ਬਥੇਰਾ। ਆਪ ਗਏ ਔਰਨ ਹੂੰ ਖੋਵਹਿ, ਆਗ ਲਗਾਏ ਮੰਦਰ ਮੈਂ ਸੋਵਹਿ। ਅਵਰਨ ਹਸਤ ਆਪ ਹੈ ਕਾਨੇ, ਤਿਨ ਕੋ ਦੇਖ ਕਬੀਰ ਲਿਜਾਨੇ। ਕਬੀਰ ਜੀ ਕਹਿੰਦੇ ਨੇ, ਇਹਨਾਂ ਨੂੰ ਦੇਖ ਕੇ ਤੇ ਮੈਨੂੰ ਲੱਜਾ ਆਉਂਦੀ। ਇਹ ਕਰ ਕੀ ਰਹੇ ਨੇ? ਕੁਸੰਗੀਆਂ ਦਾ ਸੰਗ ਭੁੱਲ ਕੇ ਵੀ ਨਾ ਕਰੀ, ਨਹੀਂ ਤੇ ਭੈੜੀ ਰੰਗਤ ਚੜ੍ਹੇਗੀ। ਹਿਸਾਬ ਦੇਣਾ ਪਵੇਗਾ, ਸਜ਼ਾ ਭੋਗਣੀ ਪਵੇਗੀ। ਜਿਵੇਂ ਚਾਵਲ ਤੇ ਤੁਖ ਦਾ ਸੰਗ ਤੂੰ ਡਿੱਠਾ ਹੈ, ਸੱਟਾਂ ਤੁਖ ਦੇ ਨਾਲ ਚਾਵਲ ਨੂੰ ਵੀ ਪਈਆਂ। ਤੁਖ ਬੇਕਾਰ ਸੀ। ਕੁਸੰਗੀਆਂ ਦਾ ਸੰਗ ਨਾ ਕਰੀ, ਇਸ ਤੋਂ ਬਚ ਤੇ ਗੁਰੂ ਦੀ ਸੰਗਤ ਵਾਲਾ ਬਣ। ਉਪਦੇਸ਼ ਪੱਲੇ ਬੰਨ ਤੇ ਫਿਰ ਟਾਲ ਮਟੋਲੇ ਛੱਡ ਕੇ ਪ੍ਰਭੂ ਦੀ ਭਗਤੀ ਦਾ ਸਰਮਾਇਆ ਪੱਲੇ ਬੰਨ। ਜਦ ਮਾਲਕ ਦੇ ਸਾਹਵੇਂ ਜਾਏ ਤਾਂ ਕਰਜ਼ਾਈ ਨਾ ਹੋਵੇ। ਤੇਰੇ ਪਾਸ ਦੌਲਤ ਹੋਵੇ, ਨੇਕੀ ਦੀ, ਚੰਗਿਆਈ ਦੀ, ਬੰਦਗੀ ਦੀ। ਵਾਹਿਗੁਰੂ ਜੀ ਕਿਰਪਾ ਕਰਨ।
ਗੁਰਮਤਿ ਦਾ ਇਹ ਉਪਦੇਸ਼ ਅਸੀਂ ਕਮਾ ਸਕੀਏ। ਭੁੱਲਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।